मैं आप जी ਦੇ ਨਾਲ ਗੱਲ ਕਰ ਰਿਹਾ ਹਾਂ and I am talking to you. ਕਿਸ ਤਰ੍ਹਾਂ ਤੁਸੀਂ ਪ੍ਰਭੂ ਦੀ ਆਸ਼ੀਸ਼ ਨੂੰ ਲੈਂਦੇ ਹੋ How you receive the blessing of God. ਅਤੇ ਕਿਸ ਤਰ੍ਹਾਂ ਪ੍ਰਭੂ ਦੀ ਆਸ਼ੀਸ਼ ਨੂੰ ਲੈ ਸਕਦੇ ਹਾਂ And how you can receive the blessings of God. ਹਰੇਕ ਸ਼ਬਦ Every word ਜਿਹੜਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬੋਲਿਆ ਜਾਂਦਾ ਹੈ which is spoken in the name of Jesus Christ. ਹਰੇਕ ਸ਼ਬਦ ਜਿਹੜਾ ਨਿਸ਼ਚੈ ਦੇ ਨਾਲ ਬੋਲਿਆ ਜਾਂਦਾ ਹੈ Every word spoken with faith. ਹਰੇਕ ਸ਼ਬਦ ਜਿਹੜਾ ਯੀਸ਼ੂ ਦੇ ਨਾਮ ਵਿੱਚ ਬੋਲਿਆ ਜਾਂਦਾ ਹੈ Every word spoken in the name of Jesus Christ. ਯਾਦ ਰੱਖਣਾ ਉਸ ਸ਼ਬਦ ਦੇ ਵਿੱਚ ਸ਼ਕਤੀ ਹੁੰਦੀ ਆ Remember that word contains power. ਮੈਂ ਫਿਰ ਤੋਂ ਦੁਹਰਾਉਣਾ ਚਾਹੁੰਦਾ ਹਾਂ And I want to again repeat it. ਹਰੇਕ ਸ਼ਬਦ Every word ਜਿਹੜਾ ਯਿਸੂ ਦੇ ਨਾਮ ਵਿੱਚ ਬੋਲਿਆ ਜਾਂਦਾ ਹੈ which is proclaimed in the name of ਉਸ Jesus ਦੇ ਵਿੱਚ Christ ਸ਼ਕਤੀ ਹੁੰਦੀ ਆ that contains power. ਅਤੇ ਜੇ ਕੋਈ ਤੁਹਾਡੇ ਲਾਗੇ ਬੈਠਾ ਉਸ ਨੂੰ ਜ਼ਰੂਰ ਕਹੋ ਜਿਹੜਾ ਸ਼ਬਦ ਯਿਸੂ ਦੇ ਨਾਮ 'ਚ ਬੋਲਿਆ ਜਾਂਦਾ ਉਹਦੇ ਵਿੱਚ ਸ਼ਕਤੀ ਹੁੰਦੀ ਹੈ Do tell to the nearby one every word that Jesus Christ is names is spoken as power. ਯੈਸ ਇੱਕ ਦੂਜੇ ਨੂੰ ਕਹਿ ਦਿਓ Do tell it to the near one your neighbors. ਹਾਲੇਲੂਇਆ Hallelujah. ਹੋ ਗਿਆ ਹਾਲੇਲੂਇਆ Hallelujah. ਪ੍ਰੇਜ਼ ਦ ਲਾਰਡ Praise the Lord. ਉਸ ਸ਼ਕਤੀ ਨੂੰ ਛੂਹਣ ਲਈ ਜਾਂ ਉਸ ਸ਼ਕਤੀ ਦੁਆਰਾ ਸਮੱਸਿਆਵਾਂ ਚੋਂ ਬਾਹਰ ਆਉਣ ਦੇ ਲਈ And to touch that power or to come out of your situations, ਸਾਨੂੰ ਵਿਸ਼ਵਾਸ ਦੀ ਜ਼ਰੂਰਤ ਹੁੰਦੀ ਹੈ we ought to have faith. ਕਿਸ ਤਰ੍ਹਾਂ ਦਾ ਵਿਸ਼ਵਾਸ What kind of faith? ਪਹਿਲਾਂ ਇਹ ਵਿਸ਼ਵਾਸ ਪੈਦਾ ਕਰੋ First of all, create faith. ਜੋ ਵੀ ਪ੍ਰਭੂ ਦੇ ਆਦਮੀ ਨੇ ਬੋਲਿਆ ਉਹ ਪੂਰਾ ਹੁੰਦਾ ਹੈ Whatsoever the man of God has spoken shall come to pass. ਫਰਜ਼ ਕਰੋ ਮੈਂ ਬੋਲਿਆ ਤੁਹਾਡੀ ਯਾਦਾਸ਼ਤ ਮਜ਼ਬੂਤ ਹੋ ਰਹੀ ਹੈ For example, I have said your memory is being made strong. ਜੇ ਤੁਸੀਂ ਇਸ ਦੇ ਉੱਤੇ ਭਰੋਸਾ ਕਰੋਗੇ And if you shall believe on this word, ਆਉਣ ਵਾਲੇ ਹਫ਼ਤਿਆਂ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਯਾਦਾਸ਼ਤ ਮਜ਼ਬੂਤ ਹੋ ਚੁੱਕੀ ਆ in the week's time you shall see your memory being made strong. ਕਿੰਨੇ ਜਾਣੇ ਆ ਸਾਡੇ ਵਿੱਚ ਜਿਨ੍ਹਾਂ ਨੂੰ ਭੁੱਲ ਜਾਂਦਾ ਆ How many of you are there who just forgets? Oh. ਅੱਛਾ ਸਾਰਿਆਂ ਨੂੰ ਭੁੱਲ ਜਾਂਦਾ ਸੀ ਸੱਚੀ ਇੰਨੇ ਜਣਿਆਂ ਨੂੰ ਭੁੱਲ ਜਾਂਦਾ Is it true so many just forget? ਪਰ ਜੇ ਹੁਣ ਤੁਸੀਂ ਇਹ ਭਰੋਸਾ ਰੱਖੋ But now if you believe and have hope, ਅੱਜ ਤੋਂ ਬਾਅਦ ਮੈਨੂੰ ਭੁੱਲਣਾ ਨਹੀਂ and from now you won't never ever forget. ਅੱਜ ਤੋਂ ਬਾਅਦ ਮੈਨੂੰ ਕੁਝ ਭੁੱਲਣਾ ਨਹੀਂ Nothing shall I ever forget. ਤੇ ਅੱਜ ਤੋਂ ਬਾਅਦ ਮੈਨੂੰ ਸਭ ਚੇਤੇ ਰਹਿੰਦਾ ਆ And I shall remember all. ਕਿੰਨੀ ਖੁਸ਼ੀ ਵਾਲੀ ਗੱਲ ਹੈ ਜਿਸ ਚੀਜ਼ ਦੀ ਦੁਨੀਆ 'ਚ ਦਵਾਈ ਨਹੀਂ ਹੈ ਪਰ ਉਹ ਪ੍ਰਾਰਥਨਾ ਦੇ ਨਾਲ ਦਵਾ ਦੇ ਨਾਲ ਜਿਹੜੀ ਖੁਦਾ ਦੇ ਚਰਨਾਂ 'ਚ ਕੀਤੀ ਜਾਂਦੀ ਹੈ ਅਸੀਂ ਪਾ ਸਕਦੇ ਹਾਂ Such a thing of joy. You do not have the medicine in the world and you get it by prayer. ਹਾਲੇਲੂਇਆ Hallelujah. ਮੈਨੂੰ ਪੂਰਾ ਭਰੋਸਾ ਅੱਜ ਤੋਂ ਬਾਅਦ ਤੁਹਾਡੀ ਯਾਦਾਸ਼ਤ ਮਜ਼ਬੂਤ ਹੋ ਚੁੱਕੀ ਹੈ I'm fully hopeful your memory is made strong from now. ਹਾਲੇਲੂਇਆ Hallelujah. ਥੋੜੀਆਂ ਚੀਜ਼ਾਂ ਬੜੇ ਧਿਆਨ ਦੇ ਨਾਲ ਸੁਣਿਓ Few things better pay attention to. ਕਿਸ ਤਰ੍ਹਾਂ ਦਾ ਵਿਸ਼ਵਾਸ What kind of faith? ਜਿਸ ਤਰ੍ਹਾਂ ਦੇ ਵਿਸ਼ਵਾਸ ਦੇ ਬਾਰੇ ਮੈਂ ਅੱਜ ਆਪ ਜੀ ਦੇ ਨਾਲ ਗੱਲ ਕਰ ਰਿਹਾ ਹਾਂ The kind of faith I am talking about with you, ਪਰ ਇਹ ਗੱਲ ਆਪ ਜੀ ਦੇ ਦਿਮਾਗ ਵਿੱਚ ਹੋਵੇ that this word should be into your brain. ਕਿ ਸਭ ਕੁਝ ਜੋ ਬੋਲਿਆ ਜਾਂਦਾ ਹੈ ਯਿਸੂ ਮਸੀਹ ਜੀ ਦੇ ਨਾਮ ਵਿੱਚ ਪੂਰਾ ਹੁੰਦਾ ਆ That whatsoever is being spoken is fulfilled in the name of the Lord Jesus Christ. ਆਜੋ ਆਪਾਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਵੀ ਕਿੱਥੇ ਲਿਖਿਆ ਆ ਜੋ ਯਿਸੂ ਮਸੀਹ ਦੇ ਨਾਮ ਵਿੱਚ ਪੂਰਾ ਹੁੰਦਾ ਆ Come, let us see in the Bible where it is written that it is fulfilled in the name of the Lord Jesus ਮੈਂ Christ. ਦੇਖ ਰਿਹਾ ਸੀ ਮੱਤੀ ਉਸ ਦਾ 8 ਨੰਬਰ ਚੈਪਟਰ
ਅਤੇ ਉਸ ਦੀਆਂ 5 6 7 8 ਲਾਈਨਾਂ And I was going through the Gospel of Matthew chapter 8, 5, 6, 7 and 8. ਅਤੇ ਇਸ ਦੇ ਵਿੱਚੋਂ ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਮਿਲ ਰਹੀ ਹੈ And we just receive a great teaching from these verses. ਇੱਥੇ ਇੱਕ ਆਦਮੀ ਹੈ ਜਿਹੜਾ ਵਿਸ਼ਵਾਸੀ ਨਹੀਂਗਾ Over here there is a man who is not a believer. ਵਿਸ਼ਵਾਸੀ ਦਾ ਮਤਲਬ ਹੈ ਜਿਹੜਾ ਯਿਸੂ ਦੇ ਪਿੱਛੇ ਚੱਲਣ ਵਾਲਾ ਹੈ A believer means the follower of Jesus Christ. ਪਰ ਇੱਥੇ ਉਹ ਆਦਮੀ ਵਿਸ਼ਵਾਸ ਦੇ ਵਿੱਚ ਆ ਪਰ ਵਿਸ਼ਵਾਸੀ ਨਹੀਂਗਾ Over here the man is in faith but he is not a believer. ਪਰ ਉਸ ਦਾ ਇੱਡਾ ਵੱਡਾ ਵਿਸ਼ਵਾਸ ਮੈਂ ਦੇਖ ਰਿਹਾ ਹਾਂ And I am watching such a great faith of this man. ਪਰ ਅਫਸੋਸ ਹੈ ਅੱਜ ਯਿਸੂ ਦੇ ਪਿੱਛੇ ਚੱਲਣ ਵਾਲਿਆਂ ਦੇ ਕੋਲ ਇੱਡਾ ਵਿਸ਼ਵਾਸ ਨਹੀਂਗਾ But it is so very sorry those who are the followers of Jesus doesn't have this kind of faith. ਸਾਡਾ ਵਿਸ਼ਵਾਸ ਛੋਟਾ ਹੈ ਤੇ ਸਾਡੀਆਂ ਉਮੀਦਾਂ ਵੱਡੀਆਂ ਨੇ Our faith is small and the things we hopeful are very large. ਜੇ ਤੁਸੀਂ ਪਰਮੇਸ਼ਰ ਤੋਂ ਬਰਕਤਾਂ ਵੱਡੀਆਂ ਲੈਣੀਆਂ ਨੇ ਤੇ ਵਿਸ਼ਵਾਸ ਵੀ ਵੱਡਾ ਕਰਨਾ ਪਵੇਗਾ If you want to receive big blessings from God, you need to enlarge your faith. ਅਸੀਂ ਇੱਥੇ ਕੀ ਦੇਖਦੇ ਹਾਂ What do we see over here? ਉਹ ਜਿਹੜਾ ਆਦਮੀ ਸੀ ਉਹ ਯਿਸੂ ਮਸੀਹ ਦੇ ਕੋਲ ਆਇਆ That man came to Jesus Christ. ਅਤੇ ਉਹ ਇੱਕ ਰੁਤਬੇ ਵਾਲਾ ਵਿਅਕਤੀ ਸੀ And he is a man of authority. ਜਦੋਂ ਯਿਸੂ ਮਸੀਹ ਦੇ ਕੋਲ ਆਇਆ And when he came to Jesus Christ, ਉਹ ਬਾਈਬਲ 'ਚ ਲਿਖਿਆ ਉਸਨੇ ਉਸ ਦੀ ਮਿਹਨਤ ਕੀਤੀ and it's written in the Bible, he just begged. ਅਤੇ ਉਸਨੇ ਉਹ ਜਿਹੜੀ ਮਿਹਨਤ ਕੀਤੀ ਸੀ ਉਹ ਆਪਣੇ ਵਾਸਤੇ ਨਹੀਂ ਸੀ ਕੀਤੀ And the thing that is begged for was not for himself. ਉਸ ਦਾ ਇੱਕ ਨੌਕਰ ਸੀ ਉਹ ਜਿਹਦੇ ਲਈ ਯਿਸੂ ਮਸੀਹ ਦੀ ਮਿਹਨਤ ਕਰਦਾ ਨਜ਼ਰ ਆ ਰਿਹਾ ਹੈ But he had a servant for whom he is now begging in front of Jesus. ਇਹ ਕਿੰਨੀ ਚੰਗੀ ਗੱਲ ਹੈ ਕਿ ਆਪਣੇ ਬੰਦਿਆਂ ਦੇ ਲਈ ਵੀ ਯਿਸੂ ਦੇ ਅੱਗੇ ਜਦੋਂ ਅਸੀਂ ਮਿਹਨਤ ਕਰਦੇ ਹਾਂ And such a good thing when for our own men we beg in front of Jesus ਉਹ Christ. ਕਿੰਨਾ ਚੰਗਾ ਸਮਾਂ ਹੈ ਜਦੋਂ ਤੁਸੀਂ ਆਪਣੇ ਭੈਣਾਂ ਭਰਾਵਾਂ ਦੋਸਤਾਂ ਰਿਸ਼ਤੇਦਾਰਾਂ ਦੇ ਲਈ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਉਹਦੀ ਮਿਹਨਤ ਕਰਦੇ ਹੁੰਨੇ ਆ It is such a good time when in the presence of the Lord Jesus Christ you beg for your brothers and sisters and your relatives and ਮੈਂ your ਤੁਹਾਨੂੰ ਇਹ friends. ਦੱਸਣਾ ਚਾਹੁੰਦਾ ਆ And I want to tell you ਕਿ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੇ ਲਈ ਯਿਸੂ ਦੇ ਅੱਗੇ ਮਿਹਨਤ ਕਰ ਲਿਆ ਕਰੋ that you beg in the presence of Jesus Christ for your brothers and sisters and your relatives. ਮਿਹਨਤ ਕਰਨੀ ਆ ਕਿ ਪ੍ਰਭੂ ਉਸ ਨੂੰ ਉਸ ਜੰਜਾਲ ਦੇ ਵਿੱਚੋਂ ਬਾਹਰ ਕੱਢ And the request should be, oh Lord, take him out of that trap. ਕਿ ਤੁਸੀਂ ਨਹੀਂ ਚਾਹੁੰਦੇ ਜਿਸ ਦੇ ਨਾਲ ਤੁਸੀਂ ਕੇਕ ਕੱਟਦੇ ਹੋ ਉਹ ਤੁਹਾਡੇ ਨਾਲ ਸਵਰਗ ਦੇ ਵਿੱਚ ਹੋਵੇ Do you not want that the one with whom you cut a cake, he should go into the kingdom of God? ਕਿ ਤੁਸੀਂ ਨਹੀਂ ਚਾਹੁੰਦੇ ਜਿਸ ਦੇ ਨਾਲ ਰੋਜ਼ ਜਾ ਕੇ ਹੱਥ ਮਿਲਾਉਂਦੇ ਹੋ ਸਵਰਗ ਦੇ ਵਿੱਚ ਹੋਵੇ Do you not want that the one whom you shake your hands with should go to the kingdom of God? ਕਿ ਤੁਸੀਂ ਨਹੀਂ ਚਾਹੁੰਦੇ ਜਿਸ ਬੱਸ ਵਿੱਚ ਚੜ੍ਹ ਕੇ ਤੁਸੀਂ ਆਉਂਦੇ ਹੋ ਉਸ ਬੱਸ ਦਾ ਡਰਾਈਵਰ ਜਾਂ ਕੰਡਕਟਰ ਜਿਹੜਾ ਹੈ ਉਹ ਸਵਰਗ ਦੇ ਵਿੱਚ ਜਾਵੇ Do you not want that the bus you come into, the conductor or the driver should also go to the kingdom of God? ਤੁਹਾਡੇ ਟੀਚਰ ਜਾਂ ਤੁਹਾਡੇ ਮਾਲਿਕ ਜਾਂ ਤੁਹਾਡੇ ਸਕੂਲ ਦੇ ਸਟਾਫ ਜਾਂ ਤੁਹਾਡੇ ਆਫਿਸ ਦਾ ਸਟਾਫ ਸਵਰਗ ਵਿੱਚ ਜਾਵੇ Do you not want your teachers and your staff and every member and subordinate of yours to go into the kingdom of God? ਜਾਂ ਉਹ ਜਿਹੜੀ ਟੀਮ ਹੈ ਜਿਸ ਟੀਮ ਦੇ ਨਾਲ ਤੁਸੀਂ ਖੇਡਦੇ ਹੋ ਤੇ ਵੱਡੀਆਂ ਵੱਡੀਆਂ ਟਰੋਫੀਆਂ ਜਿੱਤ ਕੇ ਲੈ ਕੇ ਆਉਂਦੇ ਹੋ And the team that you play in and you win the trophies. ਕਿ ਤੁਸੀਂ ਨਹੀਂ ਚਾਹੁੰਦੇ ਕਿ ਉਹ ਜਿਹੜੀ ਟੀਮ ਹੈ ਉਹ ਤੁਹਾਡੇ ਨਾਲ ਸਵਰਗ ਦੇ ਵਿੱਚ ਜਾਵੇ Do you not want that the full team should go with you in the kingdom of God? ਜੇ ਤੁਸੀਂ ਆਪਣੇ ਲੋਕਾਂ ਨੂੰ ਸਵਰਗ ਵਿੱਚ ਦੇਖਣਾ ਚਾਹੁੰਦੇ ਹੋ If you want to see you people in the kingdom of God, ਤਾਂ ਤੁਹਾਨੂੰ ਯਿਸੂ ਦੇ ਚਰਨਾਂ ਵਿੱਚ ਅੱਜ ਮਿਹਨਤ ਕਰਨੀ ਪਵੇਗੀ you want to beg in the feet of Jesus Christ. ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਯਿਸੂ ਮਸੀਹ ਦੇ ਅੱਗੇ ਮਿਹਨਤ ਕਰ ਚੁੱਕਾ ਹਾਂ And I have done and begged in the presence of the Lord Jesus Christ for many people. ਜੇਕਰ ਤੁਸੀਂ ਵੀ ਇਸ ਗੱਲ ਨੂੰ ਸਮਝ ਆਓ ਤੇ ਯਿਸੂ ਦੇ ਚਰਨਾਂ ਵਿੱਚ ਮਿਹਨਤ ਕਰਨ ਲਈ ਸ਼ੁਰੂ ਕਰ ਦਿਓ And if you do understand and start begging
begging in the feet of Jesus. ਤਾਂ ਤੁਸੀਂ ਉਹਨਾਂ ਦੇ ਨਤੀਜੇ ਆਪਣੇ ਜਿਉਂਦੇ ਜੀ ਆਪਣੀ ਅੱਖਾਂ ਦੇ ਨਾਲ ਦੇਖੋਗੇ। And as far as you are alive, you shall see the resultant of all that you have done. ਭਾਵੇਂ ਤੁਸੀਂ ਛੁਪ ਕੇ ਯਿਸੂ ਦੇ ਚਰਨਾਂ ਵਿੱਚ ਮਿੰਨਤ ਕਰਦੇ ਹੋ, And despite of the hiding, you beg into the presence of Jesus. ਪਰ ਬਾਈਬਲ ਕਹਿੰਦਾ ਹੈ ਕੋਈ ਅਜਿਹੀ ਗੱਲ ਨਹੀਂ ਜਿਹੜੀ ਹਨੇਰੇ ਵਿੱਚ ਜਾਂ ਛੁਪਾਈ ਜਿਹੜੀ ਆ ਰਹਿ ਜਾਏਗੀ, ਉਸ ਨੂੰ ਉਜਾਲੇ ਵਿੱਚ ਨਾ ਲਿਆਂਦਾ ਜਾਏ। The Bible says there is nothing that is in a hiding and should not be brought into the light. ਅਤੇ ਜਦੋਂ ਉਹਨੂੰ ਉਜਾਲੇ ਵਿੱਚ ਲਿਆਂਦਾ ਜਾਏਗਾ And when it is brought into the light, ਤਾਂ ਪਰਮੇਸ਼ਰ ਤੁਹਾਨੂੰ ਕਹਿਣਗੇ ਆਜਾ ਮੇਰੇ ਸ਼ਾਬਾਸ਼ ਪੁੱਤਰਾ। and then the God shall say unto thee, oh come on my son faithful one. ਤੇਰੀਆਂ ਮਿੰਨਤਾਂ ਦੇ ਨਾਲ ਅੱਜ ਇਹ ਚੰਗਾ ਕੀਤਾ ਗਿਆ ਹੈ। Because of your request is healed today. ਤੁਹਾਨੂੰ ਪਤਾ ਅਸੀਂ ਕੌਣ ਲੋਕ ਹਾਂ? Do you know what kind of people are we? ਅਸੀਂ ਉਹ ਲੋਕ ਹਾਂ ਜਿਹੜੇ ਤੁਹਾਡੇ ਲਈ ਯਿਸੂ ਦੇ ਅੱਗੇ ਮਿੰਨਤਾਂ ਕਰਦੇ ਹਾਂ। We are the kind of people who beg in the presence of the Lord Jesus. ਅਸੀਂ ਉਹ ਲੋਕ ਹਾਂ ਜਿਹੜੇ ਤੁਹਾਡੀ ਸੁੱਖ ਮੰਗਦੇ ਆ ਯਿਸੂ ਦੇ ਅੱਗੇ। We are the people who seek for your help. ਅਸੀਂ ਉਹ ਲੋਕ ਹਾਂ ਜਿਹੜੇ ਵਰਤ ਰੱਖਦੇ ਆ ਅਤੇ ਕਹਿੰਦੇ ਆ ਪ੍ਰਭੂ ਇਸ ਕਲੀਸਿਆ ਨੂੰ ਸਲਾਮਤ ਰੱਖੀ। We are the people who keep the fast and say, oh Lord, keep them good health. ਅਸੀਂ ਉਹ ਲੋਕ ਹਾਂ ਜਿਹੜੇ ਤੁਹਾਡੇ ਲਈ ਦੁਆਵਾਂ ਕਰਦੇ ਆ ਪ੍ਰਭੂ ਇਹਨਾਂ ਨੂੰ ਖੌਫ ਖਤਰਿਆਂ ਤੇ ਐਕਸੀਡੈਂਟਾਂ ਤੋਂ ਬਚਾ ਕੇ ਰੱਖੀ। We are the people who pray, Lord, save them of all dangers. ਅਸੀਂ ਉਹ ਲੋਕ ਹਾਂ ਜਿਹੜੇ ਤੁਹਾਡੇ ਲਈ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। We are the people who keep praying for you in the presence of the Lord. ਇਸੇ ਤਰ੍ਹਾਂ ਅੱਜ ਅਸੀਂ ਬਾਈਬਲ ਦੇ ਵਿੱਚ ਵੀ ਇੱਕ ਤਸਵੀਰ ਦੇਖਦੇ ਹਾਂ। In the same manner we see a preacher in the Bible today. ਜਿਹੜਾ ਇੱਕ ਸੂਬੇਦਾਰ ਇੱਕ ਉੱਚ ਅਹੁਦੇ ਦਾ ਆਦਮੀ ਹੈ A man of higher authority. ਅਤੇ ਉਹ ਆਪਣੇ ਨੌਕਰ ਦੇ ਲਈ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਮਿੰਨਤ ਕਰਦਾ ਨਜ਼ਰ ਆ ਰਿਹਾ ਹੈ। And he's being seen begging for his servant in the presence of the Lord God. ਅਤੇ ਬਾਣੀ ਦੇ ਵਿੱਚ ਲਿਖਿਆ ਜਦੋਂ ਉਸਨੇ ਮਿਹਨਤ ਕੀਤੀ ਤੇ ਉਹ ਝੁਕਿਆ। And it's written in the word of God, when he begged, he bowed. ਅੱਜ ਕੌਣ ਹੈ ਜਿਹੜਾ ਤੁਹਾਨੂੰ ਬਚਾਉਣ ਦੇ ਲਈ ਝੁਕ ਸਕਦਾ ਹੈ? Who is the one who can bow to save you? ਸਿਰਫ ਤੁਹਾਡਾ ਪਾਦਰੀ ਹੈ ਜਿਹੜਾ ਤੁਹਾਡੇ ਲਈ ਪ੍ਰਭੂ ਦੇ ਚਰਨਾਂ ਵਿੱਚ ਝੁਕਦਾ ਹੈ। Only a pastor is the one who bows in the feet of the Lord to save you. ਪਾਦਰੀ ਕਦੇ ਵੀ ਆਪਣੀ ਕਲੀਸਿਆ ਦੇ ਨਾਲ ਦਜਾਗੀ ਨਹੀਂ ਕਰਦਾ। And the pastor never deceives his congregation. ਪਰ ਕਈ ਵਾਰੀ ਕੁਝ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਸਖਤੀ ਦੇ ਨਾਲ ਲਾਗੂ ਕਰਨਾ ਪੈਂਦਾ ਹੈ। But there are some things that needs to be disciplined in order. ਕਿਉਂਕਿ ਉਹ ਕਿਸੇ ਵੀ ਵਿਅਕਤੀ ਦੇ ਲਈ ਨਹੀਂ ਆ, ਕਿਸੇ ਵਿਸ਼ੇਸ਼ ਲਈ ਨਹੀਂ ਆ। For it's not a specific person. ਪਰ ਉਹ ਪਰਮੇਸ਼ਵਰ ਦੀ ਉਸ ਕਰੁਣਾ ਦੇ ਲਈ, ਉਸ ਮਰਜ਼ੀ ਦੇ ਲਈ ਆ ਜਿਹੜੀ ਉਸਨੇ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕੀਤੀ ਆ। For it is for the mercy and the will of God that he has done upon his people. ਕਿਉਂਕਿ ਪਰਮੇਸ਼ਵਰ ਦੀ ਮਰਜ਼ੀ ਪੂਰੀ ਹੋਵੇ। For the will of God be done. ਅਤੇ ਉਸਨੇ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਝੁਕ ਕੇ ਬੇਨਤੀ ਕੀਤੀ। And he begged and bowed at the feet of Jesus. ਉਸਨੇ ਕਿਹਾ ਪ੍ਰਭੂ ਜੀ, And he requested and said, ਪ੍ਰਭੂ ਜੀ, Lord, ਪ੍ਰਭੂ ਜੀ, Lord, ਮੇਰਾ ਨੌਕਰ, oh my ਪ੍ਰਭੂ servant, ਜੀ ਮੇਰਾ ਨੌਕਰ, Lord, my servant, ਅਤੇ ਉਹ ਬਿਮਾਰ ਹੈ। he is sick. ਅਤੇ ਯਿਸੂ ਨੇ ਕਿਹਾ ਕੋਈ ਗੱਲ ਨਹੀਂ, And Jesus said, it's okay, no ਤੂੰ problem. ਘਬਰਾ ਨਾ। Oh, do not worry. ਯਿਸੂ ਮਸੀਹ ਨੇ ਉਸਦੀ ਮਿਹਨਤ ਕਰਦੇ ਤਰੀਕੇ ਨੂੰ ਦੇਖ ਕੇ ਉਸਨੂੰ ਇੱਕ ਬੜੀ ਵੱਡੀ ਆਫਰ ਦਿੱਤੀ। And Jesus, after watching him closely, how he has come, just made him an offer. ਯਿਸੂ ਮਸੀਹ ਨੇ ਕਿਹਾ ਮੈਂ ਆਉਂਦਾ ਆ ਤੇ ਤੇਰੇ ਨੌਕਰ ਨੂੰ ਚੰਗਾ ਕਰ ਦਿੰਦਾ ਆ। Jesus spoke unto him, I will come and heal your soul. ਪਰ ਜਿਹੜਾ ਸੂਬੇਦਾਰ ਸੀ ਉਹ ਬੜਾ ਹੀ ਦਿਲ ਦਾ, ਬੜਾ ਨਰਮ ਤੇ ਬੜਾ ਸਾਫ਼ ਤੇ ਯਿਸੂ ਮਸੀਹ ਦਾ ਆਦਰ ਕਰਨ ਵਾਲਾ ਵਿਅਕਤੀ ਲੱਗ ਰਿਹਾ ਹੈ। But the man in authority was a humble person and a man to honor Jesus Christ. ਉਸਨੇ ਕਿਹਾ ਪ੍ਰਭੂ ਜੀ, He said, Lord, ਪ੍ਰਭੂ ਜੀ, oh Lord, ਮੈਂ ਇਸ ਯੋਗ ਨਹੀਂ ਹਾਂ, I am not worthy ਤੁਸੀਂ ਮੇਰੀ ਛੱਤ ਦੇ ਥੱਲੇ ਆਓ, that you come under my roof. ਮੇਰੀ ਪ੍ਰਾਰਥਨਾ ਹੈ। This is my prayer. ਪ੍ਰਭੂ ਜੀ, Oh Lord, ਮੇਰੀ ਪ੍ਰਾਰਥਨਾ ਆ, this is my prayer. ਤੁਸੀਂ ਇੱਥੋਂ ਹੁਕਮ ਕਰ ਦਿਓ, Just command from here. ਤੁਸੀਂ ਇੱਥੋਂ ਹੀ ਹੁਕਮ ਕਰ ਦਿਓ। Just command and speak from here. ਤੇ ਯਿਸੂ ਮਸੀਹ ਨੇ ਕਿਹਾ ਮੈਂ ਇੰਨੀ ਨਿਚਾ ਪਹਿਲਾਂ ਕਦੇ ਦੇਖੀ ਨਹੀਂ। Jesus spake that I have never seen a faith like this. ਤਾਂ ਦੇਖੋ ਬਾਈਬਲ ਦੇ ਵਿੱਚ ਕੀ ਲਿਖਿਆ ਹੈ। See what's written in the Bible.
ਤਾਂ ਉਸਨੇ ਯਿਸੂ ਨੂੰ ਕਿਹਾ, And then he told unto Jesus, ਪ੍ਰਭੂ ਤੁਸੀਂ ਇੱਥੋਂ ਹੀ ਵਚਨ ਕਰ ਦਿਓ। Lord, just to give a word from here. ਗੁਰੂ ਜੀ ਮੈਨੂੰ ਪੂਰਾ ਭਰੋਸਾ ਆ, Teacher, I have full faith. ਬਸ ਤੁਸੀਂ ਕਹਿ ਦਿਓ, ਆਪਣੇ ਮੂੰਹ ਦੇ ਵਿੱਚੋਂ ਕਹਿ ਦਿਓ, ਬਸ Just speak from your mouth a word. ਤੁਹਾਡੇ ਕਹੇ ਦੇ ਨਾਲ ਹੀ ਮੇਰਾ ਨੌਕਰ ਚੰਗਾ ਹੋ ਜਾਏਗਾ। Only by that word my soul shall be healed. ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਗੁਰੂ ਜੀ। You need not come. ਅਸੀਂ ਇੱਥੋਂ ਕੀ ਸਿੱਖਦੇ ਹਾਂ? What do we learn from this? ਜਦੋਂ ਮੰਚ ਦੇ ਉੱਤੋਂ ਸ਼ਬਦ ਬੋਲੇ ਜਾਂਦੇ ਨੇ, When the words are spoken from the ਉਹ dais, ਤੁਹਾਡੇ ਵਾਸਤੇ ਹੁੰਦੇ ਨੇ। the words are for you. ਜਦੋਂ ਤੁਸੀਂ ਉਹਨਾਂ ਨੂੰ ਰਿਸੀਵ ਨਹੀਂ ਕਰਦੇ, When you do not receive the words, ਤਾਂ ਤੁਹਾਨੂੰ ਉਦਾਸ ਹੋਣਾ ਪੈਂਦਾ ਹੈ, then you get saddened. ਤਾਂ ਤੁਹਾਨੂੰ ਕੋਈ ਆਦਮੀ ਚਾਹੀਦਾ ਹੈ Then you need a man ਜਿਹੜਾ ਤੁਹਾਡੇ ਸਿਰ ਤੇ ਹੱਥ ਰੱਖੇ, who should lay hands on your ਤੁਹਾਡੀਆਂ head, ਲੱਤਾਂ ਤੇ ਹੱਥ ਰੱਖੇ, lay your hands on your feet. ਫਿਰ ਉਹ ਕਹੇ ਪ੍ਰਭੂ ਇਹਨੂੰ ਚੰਗਾ ਕਰ ਦਿਓ। And then he says to the Lord, heal him, Lord. ਪਰ ਗਲਤੀ ਤੁਹਾਡੀ ਹੈ। This is your mistake. ਜਦੋਂ ਬੋਲਿਆ ਜਾਂਦਾ ਹੈ, When it is spoken, ਤੁਸੀਂ ਉਦੋਂ ਉਸ ਦੇ ਲਈ ਠੋਕਰ ਬਣਦੇ ਹੋ, you become a stumbling stone for him. ਤੁਸੀਂ ਉਸ ਨੂੰ ਵੇਸਟ ਕਰ ਦਿੰਦੇ ਹੋ। You waste it away. ਜਦੋਂ ਖੁਦਾ ਦਾ ਆਤਮਾ ਬੋਲਦਾ ਹੈ, When the Spirit of the Lord speaks, ਜਦੋਂ ਖੁਦਾ ਦਾ ਰੂਹ ਬੋਲਦਾ ਹੈ, when the Spirit of the Lord speaks, ਉਦੋਂ ਅਸੀਂ ਸੁਣਨਾ ਹੈ। we ought to listen ਉਦੋਂ ਕਹਿਣਾ ਪ੍ਰਭੂ ਮੈਂ ਲੈ ਰਿਹਾ ਹਾਂ, and proclaim, I ਪ੍ਰਭੂ take ਮੈਂ it. ਮੰਨਦਾ ਹਾਂ, I ask. ਪ੍ਰਭੂ ਹੋ ਰਿਹਾ ਹੈ। It's happening, Lord. ਮੇਰੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, It is written in my Bible. ਯਿਸੂ ਮਸੀਹ ਨੂੰ ਬੜੀ ਹੈਰਾਨਗੀ ਹੋਈ। Jesus Christ was amazed. ਇੱਕ ਵਿਸ਼ਵਾਸੀ ਜਿਹੜਾ ਨਾ ਵਿਅਕਤੀ ਸੀ, A man who is not a believer but had faith. ਪਰ ਉਸਨੇ ਏਡਾ ਵੱਡਾ ਵਿਸ਼ਵਾਸ ਦਿਖਾਇਆ। He has shown such a great faith. ਉਸਨੇ ਕਿਹਾ ਗੁਰੂ ਜੀ ਸ਼ਬਦ ਬੋਲ ਦੋ, He said, teacher, just say a word. ਤਾਂ ਯਿਸੂ ਮਸੀਹ ਨੇ ਉੱਥੋਂ ਹੀ ਸ਼ਬਦ ਬੋਲ ਦਿੱਤੇ। And Jesus spoke word from where he was. ਅਤੇ ਮੇਰਾ ਬਾਈਬਲ ਇਦਾਂ ਦੱਸਦਾ ਹੈ, My Bible says ਉਸੇ ਘੜੀ ਉਹਦਾ ਨੌਕਰ ਚੰਗਾ ਹੋ ਗਿਆ। that very moment his soul got healed. ਕਿ ਤੁਸੀਂ ਜਿਹੜੇ ਵਿਸ਼ਵਾਸ ਵਿੱਚ ਇੱਥੇ ਆਏ ਹੋ, And you who came in this faith, ਤੁਸੀਂ ਜਿਹੜੇ ਇਸ ਪ੍ਰਾਰਥਨਾ ਵਿੱਚ ਆ ਕੇ ਬੈਠੇ who ਹੋ, have come and sitting in this prayer, ਕਿ ਤੁਸੀਂ ਇਹਨਾਂ ਸ਼ਬਦਾਂ ਨਾਲ ਚੰਗੇ ਨਹੀਂ ਹੋ ਸਕਦੇ। can't you be healed by this word? ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, I want to tell you, ਆਪਣੇ ਉਸ ਮਸਾਂ ਨੂੰ ਆਪਣੇ ਕੋਲ ਰੱਖਣ ਦੇ ਲਈ ਤਿਆਰ ਹੋ ਜਾਓ। just be ready to keep that anointing with you. ਜਦੋਂ ਮਸਾ ਆਉਂਦਾ ਹੈ, When the anointing comes, ਜਦੋਂ ਪ੍ਰਭੂ ਦਾ ਸ਼ਬਦ ਆਉਂਦਾ ਆ, when the word of the Lord comes, ਉਸ ਵੇਲੇ ਤੁਸੀਂ ਤਿਆਰ ਹੋਣਾ ਹੈ। you ought to be ready. ਉਸ ਵੇਲੇ ਤਿਆਰ ਰਹਿਣਾ ਹੈ। You should be ready. ਅਸੀਂ ਕਿੱਦਾਂ ਤਿਆਰ ਹੋ ਸਕਦੇ ਹਾਂ? How we can be ready? ਕਿਹੜਾ ਸ਼ਬਦ ਸਾਨੂੰ ਇਸ ਗੱਲ ਦੇ ਲਈ ਤਿਆਰ ਕਰੇਗਾ? What kind of word makes us ready? ਬਹੁਤ ਵਾਰੀ ਅਸੀਂ ਸੰਗਤ ਨੂੰ ਇਹ ਕਹਿੰਦੇ ਆ, Many times we tell this to the congregation. ਇਸ ਤਰ੍ਹਾਂ ਪ੍ਰਾਰਥਨਾ ਕਰੋ, Pray like this. ਇਸ ਤਰ੍ਹਾਂ ਬੋਲੋ, Speak like this. ਉੱਚੀ ਬੋਲੋ, Speak loudly. ਰੌਲਾ ਪਾ ਕੇ ਬੋਲੋ, Shout and pray. ਉਹ ਪ੍ਰਾਰਥਨਾ ਕਰੋ, Pray. ਉਹ ਮੂੰਹ ਖੋਲੋ। Open your mouth. ਇਹਦਾ ਅਸਲੀ ਅਰਥ ਮੈਂ ਅੱਜ ਦੱਸਣਾ ਚਾਹੁੰਦਾ ਹਾਂ। I want to tell you the real meaning. ਕਿਉਂ ਤੁਹਾਨੂੰ ਬੋਲਣ ਵਾਸਤੇ ਕਿਹਾ ਜਾਂਦਾ ਹੈ? Why it said to you to speak? ਕਿਉਂ ਕਿਹਾ ਜਾਂਦਾ ਹੈ ਕਿ ਪ੍ਰਭੂ ਦੇ ਚਰਨਾਂ ਵਿੱਚ ਬੋਲੋ? Why it said that speak in the feet of Jesus? ਅਸੀਂ ਕਹਾਵਤਾਂ 18 ਉਸ ਦੀ 21 ਨੰਬਰ ਪੰਕਤੀ ਨੂੰ ਦੇਖਦੇ ਹਾਂ। We will go into Proverbs 18 verse 21. ਲਿਖਿਆ ਮੌਤ ਅਤੇ ਜੀਵਨ Then it says that death and life ਦੋਵੇਂ ਜੀਵ ਦੇ ਵਿੱਚ ਹਨ। are in the tongue. ਮੌਤ ਅਤੇ ਜੀਵਨ ਦੋਨੋਂ ਜੀਵ ਦੇ ਵਿੱਚ ਹਨ। Death and life are in the control of tongue. ਲਿਖਿਆ ਜਿਹੜੇ ਉਸ ਦੇ ਨਾਲ ਪ੍ਰੀਤ ਲਾਉਂਦੇ ਨੇ, And it's written, whomsoever you love with, ਉਹ ਉਸ ਦਾ ਫਲ ਖਾਣਗੇ। they shall eat the fruit of it. ਅਸੀਂ ਪਾਪ ਦੇ ਵਿੱਚ ਹਾਂ, We are in sin. ਅਣਆਗਿਆਕਾਰੀ ਦੇ ਵਿੱਚ ਹਾਂ, We are in disobedience. ਅਸੀਂ ਪਰਮੇਸ਼ਵਰ ਤੋਂ ਦੂਰੀ ਦੇ ਵਿੱਚ ਹਾਂ, We are far from God. ਅਤੇ ਅਸੀਂ ਆਪਣੀ ਜੀਵ ਦੇ ਦੁਆਰਾ, And by our tongue, ਅੱਖਰਾਂ ਦੇ ਦੁਆਰਾ by our words, ਅਸੀਂ ਉਹਨਾਂ ਚੀਜ਼ਾਂ ਨੂੰ ਵੱਢਦੇ ਜਾਣਾ ਹੈ। we ought to cut those things. ਤੁਹਾਨੂੰ ਪਤਾ ਤੁਹਾਡੀ ਜੀਭ ਵੀ ਇੱਕ ਤਿੱਖੇ ਤਲਵਾਰ ਦੀ ਤਰ੍ਹਾਂ ਹੈ। Do you know your tongue is like a double-edged sword?
ਕਈ ਵਾਰੀ ਤੁਹਾਡੇ ਘਰਦਿਆਂ ਨੇ ਤੁਹਾਨੂੰ ਕਿਹਾ ਹੋਣਾ ਆ, And sometimes your family might have told, ਦੇਖ ਤੇਰੀ ਜੀਭ ਕਿੱਦਾਂ ਕੈਂਚੀ ਵਾਂਗੂ ਚੱਲਦੀ ਆ। see how your tongue runs like a scissor. ਮਤਲਬ ਕਿ ਵੱਡ ਸੁੱਟੀ ਜਾਂਦੀ ਹੈ। Means it keeps cutting. ਜੇ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਵਰਤੋ, And if you use it like this, ਤੁਸੀਂ ਦੇਖੋਗੇ ਵੈਰੀ ਦੀਆਂ ਚੀਜ਼ਾਂ ਨੂੰ ਕੱਟ ਸੁੱਟ ਦੋਗੇ ਤੁਸੀਂ। and you will see the things of the enemy being cut off. ਜਿਹੜੇ ਉਹਦੇ ਨਾਲ ਪ੍ਰੀਤ ਰੱਖਦੇ ਆ, Those who are in love with it, ਬਾਈਬਲ ਕਹਿੰਦਾ ਉਹਦੇ ਫਲ ਖਾਣਗੇ। they shall eat the fruit thereof. ਜੀਭ ਦਾ ਫਲ ਕੀ ਹੋ ਸਕਦਾ What ਹੈ? is the fruit of your tongue? ਜਦ ਤੁਸੀਂ ਇੱਥੇ ਬੋਲੋਗੇ ਪ੍ਰਭੂ ਨੇ ਮੈਨੂੰ ਬਰਕਤ ਦਿੱਤੀ ਹੈ, When you shall proclaim, the Lord has blessed me. ਇਹ ਬੋਲਣਾ ਚੰਗਾ ਹੈ? Is it good to speak ਪ੍ਰਭੂ ਨੇ ਮੈਨੂੰ ਬਰਕਤ ਦਿੱਤੀ ਹੈ। that the Lord has blessed me? ਤੁਸੀਂ ਫਿਰ ਨਹੀਂ ਬੋਲਿਆ ਪ੍ਰਭੂ ਨੇ ਮੈਨੂੰ ਬਰਕਤ ਦਿੱਤੀ ਹੈ। ਇਹ ਕੀ ਆ? ਸ਼ਬਦ, ਜੀਵ ਦੇ ਨਾਲ ਕੀ ਲੈ ਰਹੇ ਆ? ਜੀਵਨ। ਇੰਜੈਕਸ਼ਨ ਦੇ ਨਾਲ ਜੀਵਨ ਨਹੀਂ ਹੈ ਬਾਈਬਲ 'ਚ ਲਿਖਿਆ, ਟੈਬਲੇਟ ਦੇ ਨਾਲ ਜੀਵਨ ਨਹੀਂ ਹੈ। ਕਾਹਦੇ ਨਾਲ ਆ? Tongue. ਪ੍ਰਭੂ ਨੇ ਮੈਨੂੰ ਲੰਮਾ ਜੀਵਨ ਦਿੱਤਾ ਆ, ਸ਼ਬਦ ਨਾਲ ਜੀਵਨ ਆ। ਕਾਹਦੇ ਨਾਲ? Life is by the word. ਮੈਂ ਕੁਝ ਬੋਲਾਂਗਾ, ਤੁਸੀਂ ਮੇਰੇ ਨਾਲ ਬੋਲਦੇ ਰਹੋ। You shall speak as I speak. ਬੋਲੋ ਮੈਂ ਅੱਜ ਚੰਗਾ ਕੀਤਾ ਗਿਆ ਹਾਂ, I have been healed today. ਅੱਜ ਹੀ ਮੈਂ ਬਿਮਾਰੀ ਤੋਂ ਆਜ਼ਾਦ ਹੋ ਚੁੱਕਾ ਹਾਂ। Today I have been delivered from sickness. ਮੈਂ ਕਰਜ਼ਿਆਂ ਤੋਂ ਮਾਫ ਕੀਤਾ ਗਿਆ ਹਾਂ। I have been freed from every theft. ਜਾਦੂ ਟੂਣੇ ਤੋਂ ਮੈਂ ਛੁਡਾਇਆ ਗਿਆ ਹਾਂ। Freed from witchcraft and sorcery. ਯਿਸੂ ਮਸੀਹ ਦੇ ਨਾਮ ਵਿੱਚ। In the name of Jesus Christ. ਹੁਣ ਆਪਾਂ ਕੀ ਕਰਦੇ ਹਾਂ? ਜੀਵਨ ਨੂੰ ਲੈ ਰਹੇ ਹਾਂ। ਕਾਹਦੇ ਨਾਲ? ਜੀਵ ਦੇ ਨਾਲ। ਬੋਲੋ ਹੁਣ ਅਸੀਂ ਜੀਵਨ ਨੂੰ ਕਾਹਦੇ ਨਾਲ? ਬੋਲੋ ਕੀਤੇ ਕਰਾਏ ਜਾਦੂ ਟੂਣੇ ਟੁੱਟ ਚੁੱਕੇ ਆ ਯਿਸੂ ਮਸੀਹ ਦੇ ਨਾਮ 'ਚ। Every spell and divination is broken in the name of Jesus. ਦਿਲ ਦੀਆਂ ਬਿਮਾਰੀਆਂ ਮੈਨੂੰ ਛੱਡ ਕੇ ਜਾ ਚੁੱਕੀਆਂ ਨੇ ਯਿਸੂ ਮਸੀਹ ਦੇ ਨਾਮ ਵਿੱਚ। Heart problems have left me in the name of Jesus Christ. ਪੀੜੀ ਦਰ ਪੀੜੀ ਜੋ ਨੁਕਸਾਨ ਮੇਰੇ ਘਰ ਵਿੱਚ ਹੋ ਰਹੇ ਨੇ ਅੱਜ ਯਿਸੂ ਦੇ ਨਾਮ 'ਚ ਟੁੱਟ ਚੁੱਕੇ ਹਨ। Every generational problems that are in my life are being rectified in the ਸੁਸਤੀ ਦੇ ਗੰਦੇ ਆਤਮਾ Spirit ਮੈਨੂੰ of- ਛੱਡ ਕੇ ਜਾ ਚੁੱਕੇ ਨੇ ਯਿਸੂ ਮਸੀਹ ਦੇ ਨਾਮ। Spirit of laziness has left me in the name of Jesus Christ. ਜਿਹੜੇ ਲੋਕ ਸੁੱਤੇ ਨਹੀਂ ਉੱਠਦੇ, ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰਦੇ, ਪ੍ਰਭੂ ਦੇ ਘਰ ਆ ਕੇ ਆਰਾਧਨਾ ਜ਼ਿੰਮੇਵਾਰੀ ਨਾਲ ਨਹੀਂ ਕਰਦੇ, ਵਚਨ ਜ਼ਿੰਮੇਵਾਰੀ ਨਾਲ ਨਹੀਂ ਸੁਣਦੇ, ਬਾਈਬਲ ਜ਼ਿੰਮੇਵਾਰੀ ਨਾਲ ਨਹੀਂ ਪੜ੍ਹਦੇ, 10ਵਾਂ ਹਿੱਸਾ ਜ਼ਿੰਮੇਵਾਰੀ ਨਾਲ ਨਹੀਂ ਦਿੰਦੇ, ਉਹਨਾਂ ਦੇ ਉੱਤੇ ਇੱਕ ਸਪਿਰਿਟ ਆ। ਕਾਹਦਾ ਸਪਿਰਿਟ ਆ? ਸੁਸਤੀ ਦਾ। ਇਸ ਲਈ ਪ੍ਰਾਰਥਨਾ ਕਰਕੇ ਬੋਲ ਦਿਓ ਅੱਜ ਸੁਸਤੀ ਦੇ ਗੰਦੇ ਆਤਮਾ ਨੂੰ ਯਿਸੂ ਮਸੀਹ ਦੇ ਨਾਮ 'ਚ ਕੈਂਸਲ ਕਰਦਾ ਹਾਂ। ਅੱਜ ਦੀ ਇਬਾਦਤ ਮੇਰੀ ਜ਼ਿੰਦਗੀ ਦੇ ਲਈ ਖੂਬਸੂਰਤ ਇਬਾਦਤ ਹੈ ਕਿਉਂਕਿ ਅੱਜ ਮੈਂ ਪ੍ਰਭੂ ਦੇ ਵਿੱਚ ਜਿੰਦਾ ਹੋ ਰਿਹਾ ਹਾਂ। ਸੰਸਾਰ ਵਿੱਚ ਤਾਂ ਮੈਂ ਪਹਿਲਾਂ ਹੀ ਜੀਂਦਾ, ਪਰ ਅੱਜ ਪ੍ਰਭੂ ਵਿੱਚ ਜਿੰਦਾ ਹੋਣਾ ਹੈ। ਹਾਲੇਲੂਇਆ, Hallelujah. ਹਾਲੇਲੂਇਆ। ਇਸ ਲਈ ਮੈਂ ਜਲਦਬਾਜ਼ੀ ਨਹੀਂ ਕਰਾਂਗਾ। ਮੈਨੂੰ ਲੱਗਦਾ ਮੈਸੇਜ ਮੇਰਾ ਰਹਿ ਜਾਊਗਾ, ਪਰ ਮੈਂ ਅਗਲੀ ਵਾਰੀ ਆਪ ਜੀ ਦੇ ਨਾਲ ਕੋਸ਼ਿਸ਼ ਕਰਾਂਗਾ ਸਾਂਝਾ ਕਰਾਂ। ਧਿਆਨ ਨਾਲ ਸੁਣੋ। ਭੁਲਾਉਣ ਵਾਲੀ ਗੰਦੀ ਰੂਹ ਅੱਜ ਮੈਨੂੰ ਛੱਡ ਕੇ ਜਾ ਚੁੱਕੀ ਹੈ ਯਿਸੂ ਮਸੀਹ ਦੇ ਨਾਮ ਵਿੱਚ। ਪਰਮੇਸ਼ਵਰ ਦੇ ਵਚਨਾਂ ਦੀ ਅਣਆਗਿਆ ਕਰਾਉਣ ਵਾਲੀ ਰੂਹ ਤੋਂ ਮੈਂ ਅੱਜ ਛੁਡਾਇਆ ਗਿਆ ਹਾਂ। I have been delivered from the spirit that makes me disobedient to the word of God. ਇਹ ਜੇ ਤੁਸੀਂ ਅੱਜ ਬੋਲੋਗੇ, ਤੁਸੀਂ ਆਪਣੇ ਜੀਵਨ ਵਿੱਚ ਆਪਣੀ ਜੀਵ ਦਾ ਫਲ ਖਾਓਗੇ। You shall eat the fruit of your tongue if you proclaim it. ਪੇਟ ਦੀਆਂ ਬਿਮਾਰੀਆਂ ਤੋਂ ਮੈਂ ਆਜ਼ਾਦ ਕੀਤਾ ਗਿਆ ਹਾਂ ਯਿਸੂ ਜੀ ਦੇ ਨਾਮ ਵਿੱਚ। By the problems of my belly I've been delivered in the name of Jesus. ਗੈਰ ਜ਼ਿੰਮੇਵਾਰੀਆਂ ਦੇ ਆਤਮਾ ਅੱਜ ਮੈਨੂੰ ਛੱਡ ਕੇ ਚਲੇ ਗਏ ਨੇ ਯਿਸੂ ਮਸੀਹ ਦੇ ਨਾਮ ਵਿੱਚ। Every spirit of disobedience has left me. ਮੈਂ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਇਨਸਾਨ ਹਾਂ ਯਿਸੂ ਮਸੀਹ ਦੇ ਨਾਮ ਵਿੱਚ। I am faithful towards what I have been assigned to. ਉਸਨੇ ਮੇਰੇ ਹੱਥਾਂ ਦੀ ਕਮਾਈ ਉੱਤੇ ਬਰਕਤ ਪਾ ਦਿੱਤੀ ਹੈ। He has blessed the produce of my hands. ਉਸਨੇ ਮੇਰੇ ਹੱਥਾਂ ਦੀ ਕਮਾਈ ਤੇ ਬਰਕਤ ਪਾ ਦਿੱਤੀ He ਹੈ। has blessed the produce of my hands. ਮੈਂ ਹਰ ਪਾਪ ਤੋਂ ਆਜ਼ਾਦ ਕਰ ਦਿੱਤਾ ਗਿਆ ਹਾਂ। I have
I've been delivered from every kind of sin. ਹਰ ਪਾਪ ਤੋਂ ਹੁਣ ਮੈਨੂੰ ਘਿਰਨਾ ਆਉਂਦੀ ਹੈ। And I reject every sin and it's ਮੈਂ not good. ਪਰਮੇਸ਼ਰ ਦਾ ਸ਼ੁਕਰਾਨਾ ਅਦਾ ਕਰਦਾ ਹਾਂ। And I am thankful to the Lord God. ਮੈਂ ਗਰੀਬੀ ਤੋਂ ਬਾਹਰ ਕੱਢਿਆ ਗਿਆ ਹਾਂ। I have been taken out from poverty. ਮੇਰਾ ਘਰ ਚੰਗੀਆਂ ਚੀਜ਼ਾਂ ਨਾਲ ਭਰ ਚੁੱਕਾ ਹੈ। My house is full with good things. ਮੇਰੇ ਬੱਚੇ ਚੰਗੀਆਂ ਚੀਜ਼ਾਂ ਨਾਲ ਖੇਡਦੇ ਤੇ ਆਨੰਦ ਪ੍ਰਾਪਤ ਕਰਦੇ ਹਨ। My children play with good things and they are joyful. ਮੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। No scarcity in my home. ਮੈਂ ਇਸ ਕਲੀਸਿਆ ਦਾ ਵਫਾਦਾਰ ਸਿਪਾਹੀ ਹਾਂ। I'm a faithful soldier of this church. ਮੈਂ ਹਰੇਕ ਗੱਲ ਨੂੰ ਮੰਨਦਾ ਹਾਂ ਜਿਹੜੀ ਅਨਾਉਂਸ ਕੀਤੀ ਜਾਂਦੀ ਹੈ। Whatsoever is announced, I pay attention to it. ਮੇਰੇ ਸਰੀਰ ਦੇ ਸਾਰੇ ਦਰਦ ਖਤਮ ਹੋ ਚੁੱਕੇ ਹਨ। All the pains of my body has gone. ਯਿਸੂ ਮਸੀਹ ਦੇ ਜੀਵਤ ਨਾਮ ਵਿੱਚ In the living name of Jesus ਮੈਂ Christ, ਆਤਮਾ ਦੇ ਵਰਦਾਨਾਂ ਨਾਲ ਭਰ ਰਿਹਾ ਹਾਂ। I am being filled with the gifts of the ਆਤਮਾ Holy ਦੇ Ghost. ਵਰਦਾਨ ਮੇਰੇ ਉੱਤੇ ਆ ਰਹੇ The ਨੇ। gifts of the Holy Ghost are coming upon ਮੈਂ me. ਆਤਮਾ ਦੇ ਵਰਦਾਨਾਂ ਨਾਲ ਆਪਣੇ ਵੈਰੀ ਨੂੰ ਹਰਾ ਦਿੱਤਾ By ਹੈ। the gifts of the Holy Ghost, I can do ਆਤਮਾ ਦੇ ਵਰਦਾਨ, ਆਤਮਾ ਦੇ ਵਰਦਾਨ, gifts of the Holy ਰੂਹ ਦੇ Ghost. ਵਰਦਾਨ, Spirit. ਰੂਹ ਦੇ ਵਰਦਾਨ Gifts of Spirit ਆ ਰਹੇ ਨੇ, are ਆ ਰਹੇ ਨੇ, coming, ਆ ਰਹੇ ਨੇ, coming, ਆ ਰਹੇ ਨੇ। coming. ਮੈਂ ਲੈ ਰਿਹਾ ਹਾਂ। I am receiving, ਲੈ ਰਿਹਾ ਹਾਂ। receiving, ਲੈ ਰਿਹਾ ਹਾਂ। receiving, ਲੈ ਰਿਹਾ ਹਾਂ। receiving. ਮੈਂ ਭਰ ਚੁੱਕਾ ਹਾਂ। I am full. ਯਿਸੂ ਮਸੀਹ ਦੇ ਨਾਮ ਵਿੱਚ In the name of Jesus Christ, ਮੈਂ ਇਸ ਕਲੀਸਿਆ ਲਈ ਜ਼ਿੰਮੇਵਾਰ ਹਾਂ। I am responsible for this church. ਮੈਂ ਇਸ ਸੱਚਾਈ ਨੂੰ ਹੋਰ ਵਧਾਵਾਂਗਾ। And I shall make this truth ਯਿਸੂ ਮਸੀਹ ਦੇ ਨਾਮ ਵਿੱਚ in the name of Jesus Christ. ਮੈਂ ਇਸ ਸੱਚਾਈ ਨੂੰ ਵਧਾਵਾਂਗਾ। I shall just enlarge this truth. ਮੈਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਂਦਾ ਹਾਂ। And I shall live like kings. ਕੋਈ ਕਮੀ ਨਹੀਂ ਆ ਮੇਰੀ ਜ਼ਿੰਦਗੀ ਵਿੱਚ। No lack in my life. ਕੋਈ ਕਮੀ ਨਹੀਂ ਹੈ। No lacking. ਮੈਂ ਸਭ ਚੀਜ਼ਾਂ ਉੱਤੇ ਫਤਿਹ ਪਾਈ ਆ। I have victory over all things. ਯਿਸੂ ਮਸੀਹ ਦੇ ਨਾਮ ਵਿੱਚ। In the name of Jesus Christ. ਯਿਸੂ ਮਸੀਹ ਦੇ ਨਾਮ ਵਿੱਚ। In the name of Jesus Christ. ਪ੍ਰਭੂ ਧੰਨਵਾਦ। Lord, thank you. ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ। In the name of Jesus we ask. Amen. ਹਾਲੇਲੂਇਆ। Hallelujah. ਅੱਜ ਵੀ ਅੱਧਿਆਂ ਨੇ ਬੋਲਿਆ ਨਹੀਂ। Half have not yet spoken. ਦਰਸ਼ਕ ਨੇ ਦਰਸ਼ਕ। They are just commuters. ਇੱਕ ਹੁੰਦੇ ਪਲੇਅਰ, ਇੱਕ ਹੁੰਦੇ ਦਰਸ਼ਕ। There is a player who plays and there is a commuter just commutes. ਜਿਹੜੇ ਖਿਡਾਰੀ ਆ ਉਹ ਖੇਡਦੇ ਆ। The players just play. ਜਿਹੜੇ ਦਰਸ਼ਕ ਆ ਉਹ ਦੇਖਦੇ ਆ। The commuters just watch. ਹੁਣ ਤੁਸੀਂ ਦੇਖ ਲਓ ਦਰਸ਼ਕ ਬਣਨਾ You want to become a watcher? ਜਾਂ ਖਿਡਾਰੀ ਬਣਨਾ। You want to become a player? ਜਿਹੜੇ ਖਿਡਾਰੀ ਆ ਉਹਨਾਂ ਨੂੰ ਇਨਾਮ ਮਿਲਦੇ ਨੇ। The players gets the trophies. ਜਿਹੜੇ ਦਰਸ਼ਕ ਆ ਉਹ ਜਿੱਦਾਂ ਆਉਂਦੇ ਉਦਾਂ ਹੀ ਵਾਪਸ ਚਲ ਜਾਂਦੇ The ਨੇ। commuters come and just go like that. ਕਦੇ ਕਦੇ ਲੱਕੀ ਡਰਾ ਆ ਜਾਂਦਾ ਉਹਨਾਂ ਲਈ। Sometimes they get a lucky draw. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਦਰਸ਼ਕ ਨਹੀਂ, ਤੁਸੀਂ ਖਿਡਾਰੀ ਹੋ। I want to tell you, you're not watchers, you're the players. ਹਾਲੇਲੂਇਆ। Hallelujah. ਪ੍ਰੇਜ਼ ਦ ਲਾਰਡ। Praise the ਪ੍ਰਭੂ Lord. ਦੇ ਨਾਮ ਦੀ ਵਡਿਆਈ ਹੋਵੇ। May the name of the Lord be glorified. ਮੌਤ ਅਤੇ ਜੀਵਨ ਜੀਵ ਦੇ ਵੱਸ ਦੀ ਗੱਲ ਹੈ। Death and life are in the tongue. ਕਰਕੇ ਬਾਈਬਲ ਦੇ ਵਿੱਚ ਇਦਾਂ ਲਿਖਿਆ ਹੈ। For it's written in the Bible. ਮੈਂ ਇੱਕ ਬਿਮਾਰ ਔਰਤ ਨੂੰ ਦੇਖ ਰਿਹਾ ਸੀ। I was looking into the sick woman, ਇੱਕ ਬਿਮਾਰ ਔਰਤ ਨੂੰ ਦੇਖ ਰਿਹਾ ਸੀ। a woman who is sick. ਉਹ ਜਿਹੜੀ ਬਿਮਾਰ ਔਰਤ ਸੀ The woman who was sick. ਅਤੇ ਉਹਦੇ ਮਨ ਵਿੱਚ ਇੱਕ ਗੱਲ ਚੱਲ ਰਹੀ ਸੀ। And a thing was going through in her mind. ਇੱਕ ਜਿਹੜੀ ਬਿਮਾਰ ਔਰਤ ਆ ਮੈਂ ਦੇਖ ਰਿਹਾ ਸੀ ਉਹ ਕੀ ਕਹਿ ਰਹੀ ਹੈ। And I was looking what a woman who is infirm and sick. ਮੈਂ ਉਸ ਬਿਮਾਰ ਔਰਤ ਨੂੰ ਬਾਈਬਲ ਦੇ ਵਿੱਚ ਦੇਖ ਰਿਹਾ And ਸੀ। I was looking that woman who is sick in the Bible. ਮੈਂ ਯਿਸੂ ਨਾਸਰੀ ਦੇ ਪੱਲੇ ਨੂੰ ਛੂਹਣਾ ਹੈ। That I will touch the cloak and the ends of the ਮੈਂ Jesus. ਯਿਸੂ ਨਾਸਰੀ ਦੇ ਪੱਲੇ ਨੂੰ ਛੂਹਣਾ ਹੈ। I shall touch the ends of the clothes of ਮੈਂ ਉਸ Jesus. ਦੇ ਪੱਲੇ ਨੂੰ ਛੂਹਣਾ ਹੈ। I will touch the clothes of ਮੈਂ ਜਦੋਂ ਉਸ Jesus. ਦੇ ਪੱਲੇ ਨੂੰ ਛੂਹਾਂਗੀ ਮੈਂ When I- ਚੰਗੀ ਹੋ ਜਾਵਾਂਗੀ। As soon as I touch the cloak of ਮੈਂ ਉਸ Jesus, ਦੇ I will ਪੱਲੇ be ਨੂੰ healed. ਛੂਹਣਾ ਹੈ। I will touch his cloak. ਪਤਾ ਨਹੀਂ ਕਿੰਨੀ ਕਮਜ਼ੋਰ ਸੀ ਉਹ। She was so weak, I do not know. ਪਤਾ ਨਹੀਂ ਉਹਦਾ ਕੱਦ ਕਿੱਡਾ ਸੀ। She was how high she was. I ਪਤਾ don't ਨਹੀਂ ਉਹ know. ਕਿਹੜੇ ਸ਼ਹਿਰ ਵਿੱਚ ਰਹਿੰਦੀ ਸੀ। Which city she belonged to, I know not. ਪਤਾ ਨਹੀਂ ਉਹਨੂੰ ਪਤਾ ਲੱਗਣਾ ਸੀ ਯਿਸੂ ਆ ਗਏ ਕਿ ਨਹੀਂ ਲੱਗਣਾ ਸੀ। Whether she will come to know which Jesus has come or not. ਪਰ ਉਹਦੇ ਸ਼ਬਦਾਂ ਦੇ ਵਿੱਚ ਸ਼ਕਤੀ ਸੀ। But the power was in her word. ਮੈਂ ਯਿਸੂ ਮਸੀਹ ਨੂੰ ਛੂਹਣਾ ਹੈ। I will touch Jesus Christ. ਜਦੋਂ ਮੈਂ ਉਸ ਨੂੰ ਛੂਹ ਲਿਆ ਮੈਂ ਚੰਗੀ ਹੋ ਜਾਵਾਂਗੀ। When I shall touch him, I will be ਜਦੋਂ ਹੀ healed. ਛੂਹ ਲਿਆ ਚੰਗੀ ਹੋ ਜਾਵਾਂਗੀ। And as I touch, I will be healed. ਹਜੇ ਉਸਨੇ ਯਿਸੂ ਨੂੰ ਛੂਹਿਆ ਨਹੀਂ। She has not yet touched ਹਜੇ Jesus. ਚੰਗੀ ਹੋਈ
ਹੋਈ ਨਹੀਂ, not yet healed, ਹਜੇ ਤਿਆਰੀ ਕਰ ਰਹੀ ਹੈ। only making preparations. ਜਦ ਤੁਸੀਂ ਪ੍ਰਭੂ ਦੇ ਘਰ ਆਉਂਦੇ ਆ, When you come to the house of God, ਇਸ ਤਰ੍ਹਾਂ ਤਿਆਰੀ ਕਰਕੇ ਆਇਆ ਕਰੋ। make readiness like this. ਅੱਜ ਮੈਂ ਚੰਗੇ ਹੋ ਕੇ ਆਉਣਾ Oh, ਹੈ, I will be healed today and come. ਅੱਜ ਮੈਂ ਪ੍ਰਾਰਥਨਾ ਵਿੱਚ ਚੰਗੇ ਹੋਣਾ ਹੈ, In prayer, I will be healed today. ਜਦੋਂ ਪ੍ਰਾਰਥਨਾ ਹੋਣੀ ਮੈਂ ਬਰਕਤ ਲੈਣੀ ਹੈ, When the prayer shall be done, I shall ਮੈਂ receive ਬਰਕਤ ਲੈ blessing. ਕੇ ਆਵਾਂਗਾ, I will bless and ਮੈਂ come. ਚੰਗਾ ਹੋ ਕੇ ਆਵਾਂਗਾ, I will heal because he ਮੈਂ come. ਪ੍ਰਭੂ ਦੀ ਆਸ਼ੀਸ਼ ਨਾਲ ਆਵਾਂਗਾ, And I will come with the blessing ਮੈਂ of ਦੇ God. ਪ੍ਰਦਾਨਾਂ ਨਾਲ ਭਰ ਕੇ ਆਵਾਂਗਾ, I shall be filled with the ਮੈਂ gifts of ਬਰਕਤ God. ਲੈ ਕੇ ਆਵਾਂਗਾ। And I will come with a blessing. ਜਦੋਂ ਮੈਂ ਆਵਾਂਗਾ, And I shall come. ਮੇਰਾ ਮੂੰਹ ਨੂਰ ਦੇ ਨਾਲ ਭਰਿਆ My ਹੋਵੇਗਾ, face shall be burning like the ਮੇਰੇ glory. ਕੋਲ ਹਰ ਬਰਕਤ ਹੋਵੇਗੀ। I shall have all the blessings. ਜਦੋਂ ਮੈਂ ਪ੍ਰਭੂ ਦੇ ਘਰ ਆਉਣਾ ਹੈ, When I will come into the house of God, ਮੇਰੇ ਪਿੱਛੇ ਸੈਂਕੜੇ ਲੋਕਾਂ ਨੇ ਆਉਣਾ ਹੈ। oh, millions of people shall follow ਮੈਂ me. ਵੱਡੀਆਂ ਗਵਾਹੀਆਂ ਨੂੰ ਲੈ ਰਿਹਾ ਹਾਂ। I am receiving great testimonies. ਪਰ ਤੁਸੀਂ ਕਿੱਦਾਂ ਆਉਂਦੇ ਹੋ? How do you come? ਤੁਹਾਡੇ ਆਉਣ ਦਾ ਤਰੀਕਾ ਕੀ ਹੈ? The way you come, what is it? ਤੁਸੀਂ ਆਉਂਦੇ ਹੋਏ ਲੋਕਾਂ ਨੂੰ ਗਾਲਾਂ ਕੱਢਦੇ ਆਉਂਦੇ ਹੋ? Oh, when you come, do you rebuke and guile? ਇਹਨੇ ਗੱਡੀ ਸਹੀ ਨਹੀਂ ਚਲਾਈ, Oh, he did not drive nicely. ਇਹ ਹਾਰਨ ਮਾਰੀ ਜਾਂਦਾ ਹੈ, Oh, he just keeps honking. ਇਹਨੇ ਸੂਟ ਸੋਹਣਾ ਪਾਇਆ ਹੈ, Oh, she is wearing good suit. ਮੇਰੀ ਜੁੱਤੀ ਗਵਾਚ ਗਈ ਸੀ, My slippers were stolen. ਮੈਂ ਕਿਰਾਇਆ ਨਹੀਂ ਦੇਣਾ, I wouldn't to pay the debt. ਮੇਰੇ ਕੋਲ ਕਿਰਾਇਆ ਹੈ ਨਹੀਂ, I do not have the ticket money. ਮੈਂ ਅੱਜ ਜਾਣਾ ਨਹੀਂ, I won't go. ਮੈਂ ਬੜੀ ਉਦਾਸ ਹਾਂ, Oh, I am so sad. ਮੈਂ ਬੜਾ ਪਰੇਸ਼ਾਨ ਹਾਂ, I'm so very sick. ਮੈਂ ਕੀ ਕਰਾਂ, What should I do? ਮੈਂ ਕੀ ਕਰ ਸਕਦਾ ਹਾਂ? Oh, what can I do? ਲੱਗਦਾ ਏਦਾਂ ਹੀ ਮਰ ਜਾਵਾਂਗੇ। Oh, I will die like this. ਕਿੰਨੀ ਵਾਰੀ ਆ ਗਿਆ ਮੈਂ। Oh, so many times I've come over here. ਤੁਹਾਡੇ ਆਉਣ ਦਾ ਤਰੀਕਾ ਤੇ ਉਸ ਬਿਮਾਰ ਔਰਤ ਦੇ ਆਉਣ ਦਾ ਤਰੀਕਾ ਦੇਖੋ ਕੀ ਹੈ। See the preparation that woman came and you, how you come. ਜਿਨ੍ਹਾਂ ਨੇ ਬਰਕਤ ਪਾਈ ਉਹਨਾਂ ਦੇ ਆਉਣ ਦਾ ਤਰੀਕਾ ਤੇ ਜਿਨ੍ਹਾਂ ਨੇ ਬਰਕਤ ਨਹੀਂ ਪਾਈ ਉਹਨਾਂ ਦੇ ਆਉਣ ਦਾ ਤਰੀਕਾ। Those who got blessed, the thing how he came and the ones who didn't. ਸਾਰੇ ਵੱਖਰੇ ਵੱਖਰੇ ਨਜ਼ਰ ਆ ਰਹੇ ਹਨ। All are seen differently. ਪਰ ਜੇ ਤੁਸੀਂ ਇਸ ਤਰੀਕੇ ਦੇ ਨਾਲ ਆਓ, But if you come like this, ਜੋ ਮੈਂ ਤੁਹਾਨੂੰ ਪੇਸ਼ ਕਰਕੇ ਹਟਿਆ ਆ, that I have depicted to you, ਪਹਿਲੇ ਹੀ ਹਫਤੇ ਤੁਸੀਂ ਆਪਣੇ ਆਪ ਵਿੱਚ ਬਲੈਸ ਕੀਤੇ ਜਾਓਗੇ। first week you shall be blessed in yourself. ਹੁਣ ਅਗਲੇ ਹਫਤੇ ਤੋਂ ਕਿਸ ਤਰ੍ਹਾਂ ਆਉਣਾ ਹੈ? Next week how you ought to come. ਆਪਣੇ ਭੈਣਾਂ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਚੇਤੇ ਕਰਾਇਆ ਕਰੋ। Remember your relatives and your friends. ਮੈਂ ਕਈ ਲੋਕਾਂ ਨੂੰ ਦੇਖਿਆ ਜੇ ਉਹ ਇਸ ਤਰ੍ਹਾਂ ਕਰਨ ਵੀ ਲੱਗ ਜਾਣ, And I've seen people, if they do it, ਫਿਰ ਉਹਨਾਂ ਦੇ ਕਰਨ ਦਾ ਤਰੀਕਾ ਕਿੱਦਾਂ ਦਾ ਹੋਵੇਗਾ? the kind they do it, it should be. ਮੰਨ ਲਓ ਇਹ ਮੇਰੇ ਨਾਲ ਬੈਠੇ ਆ ਗੱਡੀ ਵਿੱਚ, Assume he's sitting with me in a car. ਮੈਂ ਇਦਾਂ ਸਿਰ ਰੱਖੂਗਾ, ਮੈਂ ਤਾਂ ਅੱਜ ਚੰਗਾ ਹੋ ਕੇ ਆਉਂਗਾ, And you have put your head on the shoulder and saying, oh, I will. ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, I know not, I will be healed. ਚਲ ਮੈਨੂੰ ਮੋਹਰੇ ਜੇ ਬਿਠਾ ਦਿਓ। Oh, make me stand in the front. ਇਸ ਤਰ੍ਹਾਂ ਨਹੀਂ ਕਰਨਾ ਤੁਸੀਂ। Need not do like this. ਅੱਜ ਮੈਂ ਬਰਕਤ ਪਾ ਕੇ ਆਵਾਂਗਾ। I will come with a blessing. ਅੱਜ ਮੈਂ ਜਿੱਥੇ ਜਾ ਰਿਹਾ, The place I am going. ਉੱਥੇ ਮੇਰੇ ਯਿਸੂ ਮਸੀਹ ਦੀ ਪ੍ਰੈਜ਼ੈਂਸ ਹੈ। Oh, the presence of my Jesus Christ is there. ਅੱਜ ਮੈਂ ਇੱਕ ਔਰਤ ਨੂੰ ਬਾਰੇ ਦਿਖਾਲਦਾ ਹਾਂ। And I'm going to show you a woman. ਉਸ ਔਰਤ ਨੂੰ ਕਿਸੇ ਵੀ ਵਿਅਕਤੀ ਨੇ ਇਸ ਤਰ੍ਹਾਂ ਤਿਆਰ ਨਹੀਂ ਕੀਤਾ ਕਿ ਤੂੰ ਏਦਾਂ ਜਾਊਂਗੀ ਤੇ ਬਰਕਤ ਪਾ ਸਕਦੀ ਹੈ। And no man prepared that woman that if you go like this, it will happen like this. ਕਿਸੇ ਨੇ ਉਹਨੂੰ ਸਿਖਾਇਆ ਨਹੀਂ ਵੀ ਤੂੰ ਏਦਾਂ ਕਰ ਸਕਦੀ ਆ ਤੇ ਜੇ ਏਦਾਂ ਕਰ ਤੇ ਫਿਰ ਤੂੰ ਚੰਗੀ ਹੋ ਜਾਊਂਗੀ। No one taught her if you do like this, you will be healed. ਪਰ ਉਸ ਔਰਤ ਨੇ ਆਪਣੇ ਆਪ ਵਿੱਚ ਹੀ ਤਿਆਰੀ ਕੀਤੀ। Inside of herself, she prepared. ਹਰ ਚੀਜ਼ ਨੂੰ ਜਿੱਤਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। Before you are victorious, you need to prepare. ਹਰ ਇਨਾਮ ਜਿੱਤਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। Before winning, you need to prepare. ਹਰ ਐਗਜ਼ਾਮ ਚੋਂ ਪਾਸ ਹੋਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। Before passing an exam, you need to prepare. ਪਰ ਅੱਜ ਮੈਨੂੰ ਬਹੁਤ ਗਿਲਾ ਆ। And I have really a great, I'm amazed. ਤੁਸੀਂ ਜਦੋਂ ਵੀ ਇੱਥੇ ਆਉਂਦੇ ਹੋ ਬਿਨਾਂ ਤਿਆਰੀ ਤੋਂ ਆਉਂਦੇ ਹੋ। As you all come, you come without ਮੈਂ preparation. ਤੁਹਾਡੇ ਵਿੱਚ ਕੋਈ ਤਿਆਰੀ ਨਹੀਂ ਦੇਖਦਾ। I don't see any preparation in ਜਦੋਂ you. ਤੁਸੀਂ ਪ੍ਰਭੂ ਦੇ ਘਰ ਆਉਂਦੇ ਮੈਨੂੰ ਉੱਥੋਂ ਪਤਾ ਲੱਗ ਜਾਂਦਾ ਬਿਨਾਂ ਤਿਆਰੀ ਤੋਂ ਆ ਰਿਹਾ। When you come to the house of God, I just look and see, oh, without preparation. ਅੰਦਰ ਇਬਾਦਤ ਹੋ ਰਹੀ ਹੁੰਦੀ ਹੈ, And over here, the worship is being done. ਆਪਾਂ ਤਾਂ ਲੇਟ ਆਉਣਾ ਹੀ ਆਉਣਾ ਹੁੰਦਾ। We ought to be late. ਫਿਰ ਆਪਾਂ ਚਰਚ ਵਿੱਚ ਪਹੁੰਚ ਕੇ ਤੁਰਦੇ ਕਿੱਦਾਂ ਆ? And how when we come to the church and walk? See how you walk. ਅੱਛਾ ਬੇਟਾ ਆ ਮੇਰਾ ਬੱਚਾ ਮੇਰੀ ਉਂਗਲੀ ਫੜ ਕੇ ਆ ਰਿਹਾ। My child is just making me follow.
ਮੈਂ ਬਿਮਾਰ ਨਹੀਂ ਹਾਂ, ਮੈਂ ਚੰਗਾ ਭਲਾ, ਪਰ ਮੈਂ ਇਦਾਂ ਤੋੜਨਾ, ਤੁਸੀਂ ਕੀ ਕਰ ਲੋਗੇ? And I'm not sick, but I want to walk like this. That ਕਦੀ ਕਦੀ ਖੜਾ ਹੋ ਕੇ ਮੈਂ ਦੇਖਦਾ ਕੌਣ ਜਾ ਰਿਹਾ ਹੈ, And sometimes I stand and see who is ਕੌਣ ਆ coming, ਰਿਹਾ ਹੈ। who is coming and going. ਫਿਰ ਮੈਂ ਕਦੇ ਖੜਾ ਹੋ ਜਾਂਦਾ ਕਿਤੇ, And then I stand somewhere, ਫਿਰ ਮੈਂ ਹੌਲੀ ਹੌਲੀ ਚੱਲਦਾ, and then I start walking. ਫਿਰ ਮੈਂ ਆ ਕੇ ਪਹਿਲਾਂ ਸੇਵਾਦਾਰਾਂ ਨਾਲ ਲੜਾਈ ਕਰਨੀ ਆ। And then I start quarrels with the ਕਿਹੜਾ volunteers. ਸੇਵਾਦਾਰ ਮੈਨੂੰ ਕਿੱਥੇ ਬੈਠਣ ਤੋਂ ਰੋਕੂਗਾ? Oh, which volunteer will stop me from sitting at the place I want to? ਇਹ ਆਦਤਾਂ ਨੂੰ ਛੱਡਣਾ ਪਵੇਗਾ। You need to leave these habits. ਇਸ ਔਰਤ ਤੋਂ ਸਿੱਖੋ ਪ੍ਰਭੂ ਦੇ ਘਰ ਬਰਕਤ ਲੈਣ ਦਾ ਤਰੀਕਾ ਕੀ ਹੈ। Learn from this woman how you ought to get blessings from the house of God. ਇਸ ਤਰ੍ਹਾਂ ਪ੍ਰਭੂ ਦੇ ਘਰ ਵਿੱਚ ਐਂਟਰੀ ਕਰੋ ਕਿ ਤੁਹਾਡਾ ਸਿਰ ਨਾ ਕਿਸੇ 'ਚ ਫਸੇ। And enter in the house of God in a such a way you should not bang someone. ਨੀਵੀਂ ਪਾ ਕੇ ਤੇ ਘੋੜੇ ਦੀ ਤਰ੍ਹਾਂ ਭੱਜੇ ਆਓ ਤੇ ਜਿੱਥੇ ਜਗ੍ਹਾ ਮਿਲਦੀ ਉੱਥੇ ਧੜਮ ਧੜੀ ਬੈਠ ਜਾਓ। And lowering your head and just running like a horse and sitting that place. You ਤੇ ਫਿਰ ਕਹੋ ਪ੍ਰਭੂ ਅੱਜ ਮੈਂ ਤੈਨੂੰ ਮਿਲਣ ਵਾਸਤੇ ਆਇਆ ਹਾਂ, and then saying, Lord, I have come ਮੈਨੂੰ to, ਪਤਾ ਤੂੰ ਇੱਥੇ ਆ, I know you are here. ਤੇਰੀ ਹਜ਼ੂਰੀ ਹੈ ਇੱਥੇ, Your presence is there. ਤੂੰ ਕਿਹਾ ਹੈ ਜਿੱਥੇ ਦੋ ਜਾਂ ਤਿੰਨ ਇਕੱਠੇ ਆ ਮੈਂ You have said where there are 2 or 3 present. ਪ੍ਰਭੂ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ, Oh Lord, I want to meet ਮੇਰੇ ਨਾਲ you. ਗੱਲ ਕਰ ਪ੍ਰਭੂ, Talk with me. ਮੇਰਾ ਜੀਵਨ ਬਦਲ ਦੇ ਪ੍ਰਭੂ, Change my life. ਬਦਲ ਦੇ ਪ੍ਰਭੂ ਮੇਰਾ ਜੀਵਨ, Change my life, ਮੈਂ Lord. ਤੇਰੇ ਲਈ ਹਾਜ਼ਰ ਹਾਂ, I am present for ਮੈਨੂੰ you. ਯੂਜ਼ ਕਰ ਪ੍ਰਭੂ, Use me. ਮੈਂ ਵੀ ਇਸੇ ਤਰ੍ਹਾਂ ਪ੍ਰਚਾਰ ਕਰਾਂ, I want to preach like ਮੈਂ this. ਇਸੇ ਤਰ੍ਹਾਂ ਸ਼ੈਤਾਨ ਨੂੰ ਹਰਾਵਾਂ, I be able to defeat the ਮੈਂ Satan ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ and ਕਰਾਂ। preach the gospel to people. ਪ੍ਰਭੂ ਮੇਰੀ ਮਦਦ ਕਰੋ। Lord, help me. ਮੈਂ ਇੱਥੇ ਕੀ ਗੱਲ ਕਰ ਰਿਹਾ ਹਾਂ? What I am talking over here, ਮੈਂ ਦੇਖ ਰਿਹਾ ਹਾਂ ਇੱਕ ਔਰਤ ਨੂੰ, I see a woman. ਮੈਂ ਉਸ ਦੀ ਇੰਨੀ ਜ਼ਬਰਦਸਤ ਤਿਆਰੀ ਦੇਖੀ, Oh, such a great preparation of that. ਸਾਰੀ ਦਿਹਾੜੀ ਮੇਰੀ ਇਹੀ ਚੀਜ਼ ਨੂੰ ਦੇਖਦਿਆਂ ਲੰਘ ਗਈ ਕਿ ਇਸ ਔਰਤ ਦੀ ਤਿਆਰੀ ਕਿੰਨੀ ਜ਼ਬਰਦਸਤ ਹੈ। All day I just popped into this, how she prepared herself. ਇੰਨੀ ਜ਼ਬਰਦਸਤ ਤਿਆਰੀ, Such a great ਮੈਂ preparation. ਜਾਵਾਂਗੀ ਤੇ ਯਿਸੂ ਦੇ ਪੱਲੇ ਨੂੰ Oh, ਛੂਆਂ, I will go to Jesus and touch the cloak of his ਮੈਂ hem. ਜਾਵਾਂਗੀ ਤੇ ਯਿਸੂ ਦੇ ਪੱਲੇ ਨੂੰ ਛੂਆਂ, I will go and touch the hem of Jesus' clothes. ਯਿਸੂ ਦੇ ਪੱਲੇ ਨੂੰ ਛੂਣਾ ਇੰਨਾ ਆਸਾਨ ਨਹੀਂ ਸੀ, Was not easy to touch the hem of ਕਿਉਂਕਿ Jesus. ਇੰਨੇ ਚੇਲੇ, ਇੰਨੇ ਉਹਨਾਂ ਦੇ ਫੈਨ, ਇੰਨੀ ਭੀੜ, ਮਿੱਟੀ ਉੜਦੀ ਹੈ ਤੇ ਪਤਾ ਨਹੀਂ ਕਿਦਾਂ ਦਾ ਮਾਹੌਲ ਹੈ। See so many disciples and followers and a multitude, such a dust coming around, and it's ਅਤੇ ਯਿਸੂ ਦਾ ਚਾਰ ਚੁਫੇਰਾ ਲੋਕਾਂ ਦੇ ਨਾਲ ਭਰਿਆ ਰਹਿੰਦਾ ਹੈ। and all around Jesus is filled with the people. ਹਰ ਵਕਤ ਪੈਰਾਂ ਦੇ ਨਾਲ ਪੈਰ ਟਕਰਾਉਂਦੇ ਨੇ, In all times, feet just touching each other. ਅਤੇ ਉਸ ਔਰਤ ਨੇ ਯਿਸੂ ਮਸੀਹ ਨੂੰ ਛੂਹਣ ਦੀ ਤਿਆਰੀ ਕੀਤੀ ਹੈ। And that lady is prepared to touch Jesus. ਜਦੋਂ ਉਸਨੇ ਯਿਸੂ ਦੇ ਪੱਲੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੋਵੇਗੀ, And when she would have just tried to touch the hem of ਪਤਾ ਨਹੀਂ Jesus, ਕਿੰਨੇ ਲੋਕਾਂ ਨੇ ਉਸਦੇ ਠੁੱਡੇ ਮਾਰੇ ਹੋਣਗੇ, you never know how many knocks she would have caught at the ਕਿੰਨੇ ਲੋਕਾਂ ਨੇ ਧੱਕੇ ਵੀ ਮਾਰੇ ਹੋਣਗੇ। many people would have pushed her too. ਅਗਰ ਤੁਸੀਂ ਚਰਚ ਵਿੱਚ ਆਉਂਦੇ ਹੋ ਤੇ ਸੇਵਾਦਾਰ ਕੁਝ ਕਹਿੰਦਾ ਹੈ ਤੇ ਤੁਸੀਂ ਗੁੱਸੇ ਨਾਲ ਭੱਜ ਜਾਂਦੇ ਹੋ। And when you come to church and volunteer tells you something, then you run in fury. ਇਹ ਯੋਧਿਆਂ ਦੇ ਕੰਮ ਨਹੀਂ ਹੈ, These are not the works of ਇਹ warriors, ਸੂਰਵੀਰਾਂ ਦੇ ਕੰਮ ਨਹੀਂ ਹੈ, not the work of the ਇਹ fighters. ਪੱਕੇ ਇਰਾਦੇ ਵਾਲੇ ਲੋਕਾਂ ਦੇ ਕੰਮ ਨਹੀਂ ਆ। This is not the works of the firm band. ਜਦੋਂ ਇਸ ਔਰਤ ਨੂੰ ਕਿਸੇ ਨੇ ਪਹਿਲਾ ਧੱਕਾ ਮਾਰਿਆ ਹੋਊਗਾ ਉਹ ਭੱਜ ਨਹੀਂ ਗਈ, She did not run when she was pushed for the first time. ਕਰਕੇ ਉਹ ਤਿਆਰੀ ਦੇ ਨਾਲ ਆਈ ਸੀ ਕਿ ਅੱਜ ਮੈਂ ਯਿਸੂ ਦੇ ਪੱਲੇ ਨੂੰ ਛੂਹਣਾ ਹੈ, She was fully prepared that I will touch the hem of Jesus. ਅਤੇ ਉਸਨੇ ਕਈ ਠੁੱਡੇ ਖਾਦੇ, She would have got lot of kick. ਕਿਸੇ ਤਰੀਕੇ ਨਾਲ ਉਸਨੇ ਯਿਸੂ ਦੇ ਪੱਲੇ ਨੂੰ ਛੂਹ ਲਿਆ। By any means, she touched the hem of Jesus. ਜਦੋਂ ਉਸਨੇ ਯਿਸੂ ਦੇ ਪੱਲੇ ਨੂੰ ਛੂਹ ਲਿਆ ਤੇ ਉਹ ਪਿੱਛੇ ਰਹਿ ਗਈ, And as she touched the hem of Jesus, she was back. ਅਤੇ ਭੀੜ ਅੱਗੇ ਚਲੀ ਗਈ, And the crowd went ahead. ਤੇ ਯਿਸੂ ਮਸੀਹ ਨੇ ਮਹਿਸੂਸ ਕੀਤਾ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ, And Jesus Christ felt the power has gone from inside. ਅਤੇ ਯਿਸੂ ਮਸੀਹ ਰੁਕ ਗਏ। And Jesus Christ stopped. ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, And he told unto his disciples, ਕਿਸੇ ਨੇ ਮੈਨੂੰ ਛੂਹਿਆ ਹੈ। someone has touched me. ਸन्नाटा छा गया। There was a complete silence. मेरे गुरु दी आवाज सुन के सब खामोश हो गए। After listening to my teacher's word, all were silence. उन्होंने कहा गुरुजी, Oh teacher, गुरुजी, oh teacher, छुया, oh touched, छुया, touched. इत्थे लोग सानू धक्के मार रहे हैं, People are pushing us. ਅਸੀਂ 12 ਚੇਲੇ ਆ, ਸਾਡੀਆਂ 24 ਅੱਖਾਂ ਨੇ। And we are 12 disciples with 24 eyes.
ਅਸੀਂ ਨਹੀਂ ਵੇਖਿਆ, We did not see. ਸਾਨੂੰ ਨਹੀਂ ਨਜ਼ਰ ਆਇਆ। It was not unseen. ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੀਆਂ ਜਿੰਨੀਆਂ ਮਰਜ਼ੀ ਅੱਖਾਂ ਹੋਣ, ਹੋ ਸਕਦਾ ਤੁਹਾਨੂੰ ਉਹ ਨਜ਼ਰ ਨਾ ਹੋਵੇ, ਨਾ ਆਉਂਦਾ ਹੋਵੇ ਜੋ ਅੱਜ ਇੱਥੇ ਹੋ ਰਿਹਾ ਹੈ। And I want to tell you, you may have any number of eyes, you may not see, but what's happening here. ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਯਿਸੂ ਦੇ ਪੱਲੇ ਨੂੰ ਛੂ ਰਹੇ ਹਨ And many people are touching the hem of Jesus. ਅਤੇ ਯਿਸੂ ਉਹਨਾਂ ਦੇ ਲਈ ਰੁਕੇ ਹੋਏ ਹਨ Jesus is stopped for them ਅਤੇ ਕਹਿ ਰਹੇ ਹਨ, and telling, ਅੱਜ ਮੈਨੂੰ ਕਿਸੇ ਨੇ ਨੇਚਾ ਦੇ ਨਾਲ ਛੂ ਲਿਆ। someone has touched me with faith. ਛੂਇਆ, Oh, touch. ਛੂਇਆ, Yes. ਛੂਇਆ, Yes. ਕਿੱਥੇ ਛੂਇਆ, Yes. ਕਦੋਂ ਛੂਇਆ, When? ਛੂਇਆ, Touch. ਇੱਥੇ ਕਿੱਥੇ ਛੂਇਆ। How did he touch? ਅਸੀਂ ਚਾਰ ਛਪੇਰੇ ਆ, We are all around. ਕਿਸੇ ਨੇ ਨਹੀਂ ਛੂਇਆ। No one has touched. ਭੁਲੇਖਾ ਪੈ ਜਾਂਦਾ ਹੈ। Oh, it was just. ਆਜੋ ਚਲੀਏ, ਕੋਈ ਨਹੀਂ। Come, let's go. ਯਿਸੂ ਨੇ ਕਿਹਾ ਨਹੀਂ, Jesus said, no. ਕਿਸੇ ਨੇ ਮੈਨੂੰ ਛੂਇਆ। Oh, someone. ਯਿਸੂ ਨੇ ਪੀੜੀ ਵੱਲ ਪਿੱਛੇ ਵੇਖਿਆ, Jesus Christ looked back to the. ਕੌਣ ਹੈ ਜਿਸ ਨੇ ਮੈਨੂੰ ਛੂਇਆ ਹੈ। Who is the one who touched me? ਤੇ ਔਰਤ ਜਿਹੜੀ ਭੀੜ ਦੇ ਪਿੱਛੇ ਸੀ, And the woman behind the crowd, ਕੰਬਦੀ ਥੋੜਾ ਜਿਹਾ ਅੱਗੇ ਆਈ। trembling, came forward. ਭੀੜ ਯਿਸੂ ਦੀਆਂ ਨਜ਼ਰਾਂ ਦੇ ਨਾਲ ਪਿੱਛੇ ਹਟਦੀ ਗਈ By the sight of Jesus, that it was parted, that crowd. ਅਤੇ ਭੀੜ ਵਿੱਚੋਂ ਔਰਤ ਨਿਕਲ ਕੇ ਸਾਹਮਣੇ ਆਈ। And from the crowd, that woman came ਯਿਸੂ forward. ਮਸੀਹ ਨੇ ਪੁੱਛਿਆ, Jesus Christ asked her, ਤੂੰ ਉਹੀ ਹੈ you are the one ਜਿਸ ਨੇ ਮੈਨੂੰ ਛੂਇਆ ਹੈ। who touched me? ਉਸਨੇ ਕਿਹਾ ਹਾਂ ਮੈਂ ਉਹੀ ਹਾਂ She proclaimed, yes. ਜਿਸ ਨੇ ਤੇਰੇ ਪੱਲੇ ਨੂੰ ਛੂਇਆ ਹੈ। Who touched the hem of your cloak? ਇਹ ਹੈ ਗਵਾਹੀ। This is testimony. ਮੈਨੂੰ ਪਤਾ, ਮੇਰੇ ਗੁਰੂ ਜੀ ਨੂੰ ਪਤਾ ਸੀ ਕਿ ਬੰਦਾ ਚੰਗਾ ਹੋ ਚੁੱਕਾ ਹੈ। And I know my teacher knew ਕਿਸੇ ਨੇ ਮੇਰੇ ਪੱਲੇ ਨੂੰ ਛੂ ਲਿਆ ਹੈ। someone is healed, for he has touched. ਪਰ ਫਿਰ ਵੀ ਯਿਸੂ ਮਸੀਹ ਨੇ ਕਿਹਾ, ਇੱਥੇ ਰਸਤੇ ਦੇ ਵਿੱਚ ਅਤੇ ਗੈਰ ਲੋਕਾਂ ਦੇ ਵਿੱਚ ਅੱਜ ਤੇਰੀ ਗਵਾਹੀ ਹੋਵੇਗੀ। For Jesus said, in those people who are unaware, testimony shall be. ਯਿਸੂ ਮਸੀਹ ਨੇ ਉੱਥੇ ਉਸ ਨੂੰ ਪੁੱਛਿਆ, Jesus asked her. ਸਾਰੇ ਲੋਕਾਂ ਦੇ ਵਿੱਚ ਉੱਥੇ ਉਹਦੀ ਗਵਾਹੀ ਹੋਈ। In all people there was a testimony of that ਅੱਜ ਵੀ woman. ਇੱਥੇ ਬਹੁਤ ਸਾਰੇ ਲੋਕ ਗਵਾਹੀ ਦੇਣ ਵਾਸਤੇ ਆਏ Many ਹੋਣਗੇ। people have come to testify. ਕਿੰਨੇ ਆ ਇੱਥੇ ਗਵਾਹੀ ਦੇਣ ਵਾਸਤੇ ਆਏ? ਖੜੇ ਹੋ ਜਾਈਏ ਜਿਹੜੇ ਗਵਾਹੀ ਦੇਣ ਵਾਸਤੇ ਆਏ ਹਨ। Everyone with testimony, kindly stand. ਕਰੀਬ 50 ਲੋਕ ਹੋਣਗੇ ਜਿਹੜੇ ਗਵਾਹੀ ਦੇਣ ਵਾਸਤੇ। ਜ਼ਿਆਦੇ ਆ, ਇੱਧਰ ਵੀ ਖੜੇ ਆ। ਇਹ ਜਿਹੜੇ ਲੋਕ ਚੰਗੇ ਹੋਏ ਨੇ, ਧਿਆਨ ਦੇ ਨਾਲ ਸੁਣੋ। These people who are healed, listen attentively. ਅਸੀਂ ਇਹ ਗਵਾਹੀਆਂ ਵਾਲਾ ਸਿਸਟਮ ਥੋੜਾ ਜਿਹਾ ਹੋਰ ਵਧੀਆ ਕਰਨ ਲੱਗੇ ਹਾਂ। And we are going to make the testimony time with a great word. ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਭਿਆਨਕ ਬਿਮਾਰੀਆਂ ਚੋਂ ਕੱਢਿਆ ਹੈ, As God has taken you out from dangerous problems. ਔਰ ਤੁਸੀਂ ਕਮਾਲ ਦੇ ਲੋਕ ਹੋ ਜਿਹੜੇ ਆਪਣੀ ਗਵਾਹੀ ਦੇ ਲਈ ਵੀ 2 ਹਫ਼ਤੇ ਲਗਾਤਾਰ ਨਹੀਂ ਆ ਸਕਦੇ। And you are the kind of people who could not come for 2 weeks for your testimony. ਖੁਦਾ ਨੇ ਤੁਹਾਨੂੰ ਆਪਣੀ ਸ਼ਕਤੀ ਨਾਲ ਚੰਗੇ ਕੀਤਾ ਹੈ। God has healed you with his power. ਜਿੰਨੇ ਵੀ ਇੱਥੇ ਖੜੇ ਨੇ, ਐਤਵਾਰ ਤੁਹਾਡੀਆਂ ਗਵਾਹੀਆਂ ਇੱਥੇ ਹੋਣਗੀਆਂ। All standing Sunday you shall give testimony. ਤੁਸੀਂ ਸਾਰੇ ਲੋਕ ਇੱਥੇ ਇਕੱਠੇ ਹੋਵੋਗੇ ਕੋਰਨਰ ਦੇ ਵਿੱਚ। All you should gather over here at this corner. ਐਸੇ ਹਫ਼ਤੇ ਵਿੱਚ ਤੁਹਾਡੇ ਨਾਲ ਰਾਸਤਾ ਵੀ ਕਾਇਮ ਕੀਤਾ ਜਾਏਗਾ। This very week it shall be made in relation with you. ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ And I know many people, ਜਿਹੜੇ ਰੋਂਦੇ ਹੋਏ ਆਉਂਦੇ ਨੇ। those who come crying, ਚੰਗੇ ਹੋਣ ਤੋਂ ਬਾਅਦ ਉਹਨਾਂ ਨੂੰ ਗਵਾਹੀ ਦੇਣ ਦਾ ਵੇਲ ਨਹੀਂ। and after getting healed they don't have time to ਜਿਹੜਾ testify. ਬੰਦਾ ਸੱਚੀ ਗਵਾਹੀ ਨਾ ਦੇਵੇ The man who doesn't testify the true one, ਅਤੇ ਉਹ ਬਿਮਾਰੀ ਤੋਂ ਬਾਹਰ ਆ ਜਾਵੇ, and he comes out of the sickness. ਤੁਸੀਂ ਜਾਣਦੇ ਹੋ ਉਸ ਦੇ ਨਾਲ ਕੀ ਹੁੰਦਾ ਹੈ? Do you know what happens with that person? ਅਤੇ ਉਹ ਦੁਬਾਰਾ ਬਿਮਾਰ ਹੋ ਜਾਂਦਾ ਹੈ। He gets sick again. ਕਰਕੇ ਉੱਥੇ ਔਰਤ ਦੀ ਗਵਾਹੀ ਪ੍ਰਭੂ ਨੇ ਕਿਉਂ ਕਰਾਈ? Why that woman's testimony was spoken? ਇਹ ਦੱਸਣਾ ਚਾਹੁੰਦੇ ਸੀ ਕਿ ਜਿਸ ਨੂੰ ਡਾਕਟਰਾਂ ਦੇ ਕੋਲੋਂ ਆਰਾਮ ਨਹੀਂ ਆਇਆ, ਉਸ ਨੂੰ ਮੇਰਾ ਪੱਲਾ ਛੂਹਣ ਦੇ ਨਾਲ ਆਰਾਮ ਆ ਗਿਆ। For it should be testified the doctors could not heal. ਉਹ ਦੱਸਣਾ ਚਾਹੁੰਦੇ ਸੀ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ। He wants to tell I am the son of God. ਜਿੰਨੇ ਵੀ ਇੱਥੇ ਗਵਾਹੀਆਂ ਵਾਲੇ ਅੱਜ ਹੈਗੇ ਨੇ, All with testimonies. ਉਹਨਾਂ ਨੇ ਐਤਵਾਰ ਇੱਥੇ ਆ ਕੇ ਬੈਠਣਾ ਹੈ। They ought to come and sit over here. ਜਿੰਨੇ ਵੀ ਐਤਵਾਰ ਆਪਣੀ ਚੰਗਿਆਈ ਦੀ ਗਵਾਹੀ ਲਿਖਾਉਣਗੇ, All those who shall just witness their testimony and get it written. ਉਹਨਾਂ ਨੇ ਐਤਵਾਰ ਲਿਖਾਉਣ ਤੋਂ ਬਾਅਦ ਅਗਲੇ ਐਤਵਾਰ ਇੱਥੇ ਆ ਕੇ ਬੈਠਣਾ ਹੈ। They should get it written this Sunday and should come next Sunday.
ਮੈਂ ਬਹੁਤ ਹੈਰਾਨ ਆ ਕਈ ਜ਼ਬਰਦਸਤ ਗਵਾਹੀਆਂ ਜਿਹੜੀਆਂ ਇੱਥੇ ਨਹੀਂ ਬੋਲੀਆਂ ਜਾਂਦੀਆਂ And I'm amazed a great testimony is not witnessed here. ਕੱਲ ਹੀ ਸਾਡੀ ਇੱਕ ਟੀਮ ਮੁਕੇਰੀਆਂ ਦੇ ਵਿੱਚ ਗਈ ਸੀ Our team went to Mukeria yesterday. ਅਤੇ ਉੱਥੇ ਇੱਕ ਮੀਟਿੰਗ ਸੀ And there was a meeting over there. ਅਤੇ ਪਾਸਟਰ ਗੁਰਸ਼ਰਨ ਵੀ ਉੱਥੇ ਗਏ ਸੀ And Pastor Gusharan also was witnessing that. ਅਤੇ ਜਿਨ੍ਹਾਂ ਦੇ ਘਰ ਵਿੱਚ ਮੀਟਿੰਗ ਸੀ ਉਹਨਾਂ ਦੀ ਇੱਕ ਬੜੀ ਜ਼ਬਰਦਸਤ ਗਵਾਹੀ ਹੈ And there was the testimony of that family who were at taking the meeting. ਕਿ ਅਚਾਨਕ ਇੱਕ ਦਿਨ ਉਹ ਸਾਰਾ ਪਰਿਵਾਰ ਕਿਤੇ ਜਾ ਰਿਹਾ ਸੀ That one day all the family were going somewhere. ਅਤੇ ਉਹਨਾਂ ਦੀ ਇੱਕ ਜਵਾਨ ਲੜਕੀ ਹੈ ਜਿਸ ਨੂੰ ਅਚਨਚੇਤ ਰਸਤੇ ਦੇ ਵਿੱਚ ਕੁਝ ਹੋ ਗਿਆ And they had a young girl of theirs and something happened to that girl. ਅਤੇ ਜਦੋਂ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ And when she was taken to ਤੇ hospital, ਹਸਪੀਟਲ ਵਾਲਿਆਂ ਨੇ ਕਿਹਾ ਇਹ ਤਾਂ ਕੁੜੀ ਮਰ ਚੁੱਕੀ ਹੈ and the hospital staff said she's dead. ਘਰਦਿਆਂ ਨੇ ਫਿਰ ਵੀ ਉਹਨਾਂ ਨੂੰ ਮਿਹਨਤਾਂ ਤਰਲੇ ਕਰਕੇ ਕਿਹਾ ਵੀ ਇਹਨੂੰ ਤੁਸੀਂ ਐਡਮਿਟ ਤਾਂ ਕਰੋ Still that family requested the members of that staff that admit her. ਕਿਸੇ ਤਰੀਕੇ ਨਾਲ ਉਹਨਾਂ ਨੂੰ ਹਸਪੀਟਲ ਦੇ ਵਿੱਚ ਮੰਜਾ ਦੇ ਦਿੱਤਾ ਗਿਆ By any means that the cot was given to them. ਉਹਨਾਂ ਨੇ ਰੋਂਦਿਆਂ ਘਬਰਾਏ ਹੋਇਆਂ ਜਲਦੀ ਪ੍ਰੇਅਰ ਟਾਵਰ ਦੇ ਉੱਤੇ ਫੋਨ ਕੀਤਾ And worried and just in a really great problem, they just called at the prayer tower. ਜਦੋਂ ਉਸ ਕੁੜੀ ਤੇ ਪ੍ਰਾਰਥਨਾ ਕੀਤੀ ਗਈ And when that prayer was done for ਪ੍ਰਭੂ ਦੀ that girl, ਸਾਮਰਥ ਨੇ ਉਹਨੂੰ ਉੱਥੇ ਛੂ ਲਿਆ the power of God touched over ਅਤੇ her. ਜਦੋਂ ਖੋਜੇਵਾਲ ਦੇ ਵਿੱਚੋਂ ਪ੍ਰਾਰਥਨਾ ਕੀਤੀ ਗਈ And when from Kojewala prayer was ਉਹ ਜਿਹੜੀ done, ਕੁੜੀ ਡਾਕਟਰ ਕਹਿੰਦੇ ਸੀ ਮਰ ਚੁੱਕੀ ਹੈ ਉਸੇ ਵੇਲੇ ਉਹਦੇ ਵਿੱਚ ਸਵਾਸ ਵਾਪਸ ਆ ਗਏ the girl whom doctor said she's dead, ਅਤੇ ਉਹ ਲੜਕੀ that ਜ਼ਿੰਦਾ day, ਹੋ ਗਈ। that girl came to life. ਅਤੇ ਮੇਰਾ ਖਿਆਲ ਉਸ ਲੜਕੀ ਨੂੰ ਅਸੀਂ ਦੇਖ ਵੀ ਲਵਾਂਗੇ ਇੱਥੇ ਜਿਉ ਆਈ ਹੈ And we will surely see that girl if she has come. ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ And I'm thankful to the Lord God. ਕਿ ਪਰਮੇਸ਼ਰ ਆਪਣੀਆਂ ਗ੍ਰੇਟਫੁਲ ਪਾਵਰਫੁਲ ਟੈਸਟਮਨੀਜ਼ ਇੱਥੇ ਲੈ ਕੇ ਆ ਰਹੇ ਹਨ God is witnessing great and powerful testimony of His. ਜਿੰਨੇ ਵੀ ਲੋਕ ਪ੍ਰਾਰਥਨਾ ਦੇ ਦੁਆਰਾ ਚੰਗੇ ਹੋ ਰਹੇ ਹਨ All people getting healed by prayers. ਹਰ ਹਫਤੇ ਉਹਨਾਂ ਦੀ ਇੱਕ ਵੱਖਰੀ ਕਲਾਸ ਹੋਇਆ ਕਰੇਗੀ They shall be in a class every week. ਉਹਨਾਂ ਨੂੰ ਦੱਸਿਆ ਜਾਊਗਾ ਕਿ ਚੰਗਿਆਈ ਨੂੰ ਸੰਭਾਲ ਕੇ ਕਿੱਦਾਂ ਰੱਖਣਾ And they shall be taught how you ought to keep the healing you have got. ਬਹੁਤ ਸਾਰੇ ਲੋਕ ਹੈ ਜਿਹੜੇ ਚੰਗੇ ਹੋਣ ਤੋਂ ਬਾਅਦ ਫਿਰ ਬਿਮਾਰੀ ਵਿੱਚ ਚਲੇ ਜਾਂਦੇ ਨੇ Many people, when they are healed, they go back into the sickness. ਉਹਨਾਂ ਦੇ ਖਿਆਲ ਚ ਇਦਾਂ ਜਾਂਦਾ ਕਿ ਪ੍ਰਾਰਥਨਾ ਦਾ ਅਸਰ ਖਤਮ ਹੋ ਗਿਆ In their view, the power of prayer has been gone down. ਮੇਰਾ ਯਿਸੂ ਮਸੀਹ ਅੱਜ ਵੀ ਉਹੀ ਹੈ ਉਹ ਕੱਲ ਵੀ ਉਹੀ ਸੀ ਅਤੇ ਆਉਣ ਵਾਲੇ ਯੁੱਗਾਂ ਜਗੰਤਰਾਂ ਤੱਕ ਵੀ ਉਹੀ ਰਹੇਗਾ My Jesus Christ yesterday, today and forever shall remain the same. ਅਤੇ ਉਹ ਕਦੇ ਬਦਲਦਾ ਨਹੀਂ ਹੈ He never changes. ਇਸ ਲਈ ਜਿਹੜੇ ਬੰਦੇ ਠੀਕ ਹੁੰਦੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ This is the responsibility of the person who is healed. ਕਿ ਉਹ ਪੁੱਛਣ ਕਿ ਕਦੋਂ ਨੂੰ ਉਹ ਮੀਟਿੰਗ ਹੋ ਰਹੀ ਹੈ That they should ask when the meeting is going to take place. ਚਾਹੇ ਅਸੀਂ ਉਹ ਮਹੀਨੇ ਵਿੱਚ 2 ਮੀਟਿੰਗਾਂ ਅਰੇਂਜ ਕਰੀਏ ਜ਼ਰੂਰ ਤੁਹਾਡੇ ਲਈ ਕੀਤੀਆਂ ਜਾਣਗੀਆਂ And 2 meetings, if we want in a month, we will arrange it. ਇਸ ਲਈ ਅੱਜ ਬੜੀ ਸ਼ਾਂਤੀ ਨਾਲ ਨਿਮਰਤਾ ਨਾਲ ਬੈਠ ਜਾਈਏ ਅਗਲੇ ਹਫਤੇ ਤੁਸੀਂ ਸਾਰੇ ਇਸ ਖੁੰਝੇ ਵਿੱਚ ਹੋਣੇ ਚਾਹੀਦੇ ਆ Sit with peace, you shall be gathered next week in that corner. ਪਹਿਲੇ ਹਫਤੇ ਗਵਾਹੀ ਤੁਸੀਂ ਲਿਖਾਓਗੇ ਦੂਸਰੇ ਹਫਤੇ ਤੁਹਾਡੀ ਗਵਾਹੀ ਬੋਲੀ ਜਾਵੇਗੀ First week you shall just get it written, and the next week it shall be announced. ਇਸ ਗੱਲ ਨੂੰ ਯਾਦ ਰੱਖਣਾ ਹੈ Remember this. ਅੱਜ ਮੈਂ ਯਿਸੂ ਮਸੀਹ ਦੇ ਪੱਲੇ ਨੂੰ ਛੂ ਕੇ ਵਾਪਸ ਆਉਣਾ ਹੈ I will touch the hem of the cloak of Jesus and come. ਅਤੇ ਉਸ ਔਰਤ ਨੇ ਯਿਸੂ ਦੇ ਪੱਲੇ ਨੂੰ ਛੂ ਲਿਆ And that woman touched the hem of the cloak of ਕੀ Jesus. ਤੁਸੀਂ ਸੋਚ ਰਹੇ ਹੋ ਜਦੋਂ ਵਾਪਸ ਜਾ ਰਹੀ ਸੀ Do you think when she was going ਉਹਦੇ back, ਮਨ ਵਿੱਚ ਕੀ ਚੱਲਦਾ ਹੋਵੇਗਾ what would be in her ਉਹਦੇ mind? ਦਿਮਾਗ ਵਿੱਚ ਕੀ ਚੱਲਦਾ What would ਹੋਵੇਗਾ be in her brain? ਉਹ ਅੱਜ ਬੜੀ ਖੁਸ਼ ਸੀ ਅੰਦਰੋਂ She's so very rejoicing. ਅੱਜ ਮੈਂ ਚੰਗੀ ਕੀਤੀ ਗਈ ਹਾਂ I am healed today. ਮੈਂ ਕਿੰਨਾ ਦੁੱਖ ਪਾਇਆ Oh, I was so ਮੈਂ ਕਿੰਨੀਆਂ ਦਵਾਈਆਂ ਖਾਧੀਆਂ I took so medicines. ਇੱਕ ਦਿਨ ਮੈਂ ਆਪਣੇ ਪੁੱਤਰ ਨੂੰ ਕਿਹਾ ਮੈਨੂੰ ਲੈ ਕੇ ਚੱਲ And one day I told my son, take me. ਉਸਨੇ ਬੜੇ ਗੁੱਸੇ ਨਾਲ ਮੈਨੂੰ ਕਿਹਾ In anger he said, ਇਸ ਤੋਂ ਚੰਗਾ ਤੂੰ ਮਰ ਜਾ ਤੂੰ ਸਾਡਾ ਰੋਜ਼ ਲਹੂ ਪੀਂਦੀ ਹੈ oh, you drink my blood, it's better you die. ਉਸਨੂੰ ਉਹ ਸਾਰੀਆਂ ਤਸਵੀਰਾਂ 'ਚ ਨਜ਼ਰ ਆ ਰਹੀਆਂ And ਹੋਣਗੀਆਂ she's able to see all the pictures. ਇੱਕ ਦਿਨ ਮੈਂ ਜਾ ਰਹੀ ਸੀ Oh, one day I was going ਉਸ ਦਿਨ ਮੈਂ ਬਹੁਤ ਜ਼ਿਆਦਾ ਬਿਮਾਰ ਸੀ and I was really direly ਇੱਕ sick. ਸਾਈਕਲ ਵਾਲਾ ਆਦਮੀ ਆਇਆ A man with a cycle came ਉਸਨੇ ਕਿਹਾ ਬੀਬੀ ਜੀ ਮੇਰੇ ਸਾਈਕਲ ਤੇ ਬੈਠੋ and he said, sit on my ਮੈਂ back. ਤੁਹਾਨੂੰ ਅੱਗੇ ਉਤਾਰ ਦਿੰਦਾ ਹਾਂ I shall give you a lift. ਅੱਜ ਭਲਾਈਆਂ ਅਛਾਈਆਂ ਤੇ ਬੁਰਾਈਆਂ ਨੂੰ ਯਾਦ ਆਈ ਰਹੀਆਂ And ਹੋਣਗੀਆਂ now she's remembering goodness and bad things. ਇੱਕ ਪਾਸੇ ਬੜੀ ਖੁਸ਼ੀ ਦੇ ਨਾਲ ਭਰੀ ਹੋਵੇਗੀ At one point she's rejoicing. ਅੱਜ ਮੈਂ ਆਜ਼ਾਦ ਕੀਤੀ ਗਈ ਹਾਂ I am delivered and freed. ਅੱਜ ਮੈਨੂੰ ਯਿਸੂ ਜੀ ਨੇ ਚੰਗੇ ਕਰ ਦਿੱਤਾ Jesus has healed me today. ਤੁਸੀਂ ਸਮਝਦੇ ਹੋ ਉਸ ਦੀ ਆਪਣੀ ਕਿੰਨੀ ਮਿਹਨਤ ਹੈ Do you understand what work toil she
she has done. ਸਭ ਤੋਂ ਵੱਡੀ ਮਿਹਨਤ ਹੈ ਤਿਆਰੀ ਕਰਕੇ ਚਰਚ ਨੂੰ ਆਉਣਾ। The greatest hard work she has done is to prepare and ਪੂਰਾ ਹਫਤਾ ਆਪਣੇ ਆਪ ਨੂੰ ਤਿਆਰੀ ਕਰੀ ਜਾਣਾ ਤੇ ਫਿਰ ਚਰਚ ਨੂੰ ਆਉਣਾ। preparing all the week and then coming. ਪਰ ਬਹੁਤ ਸਾਰੇ ਲੋਕ ਆ ਤਿਆਰੀ ਦਾ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਵਾਲ ਹੀ ਪੈਦਾ ਨਹੀਂ ਹੁੰਦਾ। Oh, many people, there is no sign of preparation in their lives. ਉਹ ਮੈਂ ਸੁੱਤੇ ਉੱਠ ਕੇ ਚਰਚ ਨੂੰ ਆ ਵੜਦੇ ਨੇ। Oh, they wake up and then get into the church. ਨਾ ਇੱਥੇ ਆ ਕੇ ਆਰਾਧਨਾ ਕਰਦੇ ਨੇ, Do not worship him. ਨਾ ਪ੍ਰਭੂ ਨੂੰ ਮਿਲਣ ਦੀ ਤਾਂਘ ਹੈ, They doesn't have desire to meet the Lord. ਨਾ ਪ੍ਰਧਾਨਾਂ ਨੂੰ ਪਾਉਣ ਦੀ ਤਾਂਘ ਹੈ। Doesn't have the desire to receive the gifts. ਹਾਏ ਮੇਰਾ ਸਿਰ ਹਟ ਜਾਏ, Oh, my head. ਮੇਰੀ ਲੱਤ ਠੀਕ ਹੋ ਜਾਏ। Oh, may my leg be healed. ਪ੍ਰਭੂ ਤੁਹਾਨੂੰ ਚੰਗਾ ਕਰਨਾ ਚਾਹੁੰਦੇ ਨੇ, The Lord wants to heal you. ਪਰ ਉਹ ਚਾਹੁੰਦੇ ਨੇ ਤੁਹਾਡੀ ਨੇਚਾ ਵੱਧ ਜਾਵੇ। But he wants your faith to come up. ਕਿੰਨੇ ਜਾਣੇ ਚਾਹੁੰਦੇ ਨੇ ਕਿ ਅੱਜ ਉਹਨਾਂ ਦੀ ਨੇਚਾ ਵੱਧ ਰਹੀ ਹੈ ਪ੍ਰਭੂ ਯਿਸੂ ਦੇ How ਨਾਮ 'ਚ। many of you can see in yourself their faith being built up? ਤੇ ਅੱਜ ਤੋਂ ਬਾਅਦ ਤੁਸੀਂ ਘਰੋਂ ਤਿਆਰੀ ਕਰਕੇ ਆਓਗੇ। And from now you will prepare at ਕਿੰਨੇ your ਜਾਣੇ home. ਘਰੋਂ ਤਿਆਰੀ ਕਰਕੇ ਆਣਗੇ ਅਗਲੇ ਐਤਵਾਰ? How many of you? ਹਾਲੇਲੂਇਆ, Hallelujah. ਹਾਲੇਲੂਇਆ। ਮੈਂ Hallelujah. ਪ੍ਰਾਰਥਨਾ ਕਰਦਾ ਕਿ ਤੁਸੀਂ ਇਸ ਨੂੰ ਕਦੇ ਨਾ ਭੁੱਲੋ I pray you never forget it. ਅਤੇ ਪ੍ਰਭੂ ਦੀ ਆਸ਼ੀਸ਼ ਤੁਹਾਡੇ ਤੇ ਬਣੀ ਰਵੇ। May the blessing of the Lord be upon you. ਮੈਨੂੰ ਪੂਰਾ ਭਰੋਸਾ ਹੈ। This is my full faith. ਅਤੇ ਆਖਰੀ ਸ਼ਬਦਾਂ ਵਿੱਚ ਯਿਸੂ ਮਸੀਹ ਨੇ ਉਸ ਔਰਤ ਨੂੰ ਕੀ ਕਿਹਾ? In the last verse, what Jesus told. ਆਖਰੀ ਸ਼ਬਦਾਂ ਵਿੱਚ ਦੇਖੋ ਕੀ ਕਿਹਾ। See what Jesus told. ਯਿਸੂ ਮਸੀਹ ਨੇ ਕਿਹਾ, Jesus said, ਤੇਰੀ yours, ਨੇਚਾ ਨੇ your faith ਤੈਨੂੰ ਚੰਗੇ ਕੀਤਾ ਹੈ। has healed you. ਹਾਲੇਲੂਇਆ। Hallelujah. ਕੀ ਕਿਹਾ ਪ੍ਰਭੂ ਯਿਸੂ ਨੇ? ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਇਹ ਕਿਹੜੀ ਭਾਸ਼ਾ ਹੈ? ਜਿੱਦਾਂ ਮੈਂ ਬੋਲਿਆ ਇਦਾਂ ਬੋਲੋ। ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਹਾਂ, ਉਹ ਜਿਹੜਾ ਮਰਿਆ ਜਾ ਮੁਰਝਾਇਆ ਜਾ ਬੰਦਾ ਅੰਦਰੋਂ ਮਾਰ ਦਿਓ ਅੱਜ ਇਹਨੂੰ, ਨਵਾਂ ਲੈ ਕੇ ਆਓ। ਤੇਰੀ ਨੇਚਾ ਨੇ ਤੈਨੂੰ ਚੰਗੇ ਕੀਤਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ। द ओपन डोर चर्च खोजवाला, जिला कपूरथला, पंजाब। यहाँ होती है हर रोज प्रार्थना सभा। यहाँ आकर लोग अपने दुखों, बीमारियों, दुष्ट आत्माओं और नशे के बंधनों से छुटकारा पाते हैं और परमेश्वर के दास पास्टर डोल जी आई हुई संगत में परमेश्वर के वचन को बांटते हैं। खोजवाल चर्च के पास्टर साहबानों की तरफ से मुफ्त में की जाती है सब दुखियों, बीमारों के लिए ले हैंड प्रार्थना। 10 बजे से लेट आने वाली संगत को इस प्रार्थना में नहीं किया जाता शामिल, इसलिए समय पे आएं और निराशा से बचें। ਇਸ ਸੇਵਕਾਈ ਨੂੰ ਸਹਿਯੋਗ ਕਰਨ ਲਈ ਹੁਣ ਤੁਸੀਂ ਆਪਣੀਆਂ ਦਾਨ ਰਾਸ਼ੀਆਂ ਇਸ ਪਤੇ ਤੇ ਭੇਜ ਸਕਦੇ ਹੋ। ਬੈਂਕ ਨੇਮ ਸਟੇਟ ਬੈਂਕ ਆਫ ਇੰਡੀਆ, ਇਬਨ 51012। बैंक अकाउंट नेम द ओपन डोर चर्च, बैंक अकाउंट नंबर 651 984 35261, IFSC कोड SBIN 00 स्विफ्ट कोड नंबर SBIN INBBP07। ਅਤੇ ਤੁਸੀਂ ਆਨਲਾਈਨ ਵੀ ਆਪਣੀਆਂ ਦਾਨ ਰਾਸ਼ੀਆਂ ਇਸ ਪਤੇ ਤੇ ਜਾਂ ਆਨਲਾਈਨ ਦਾਨ ਰਾਸ਼ੀਆਂ ਤੁਸੀਂ ਸਾਨੂੰ Paytm, ਫੋਨਪੇ ਤੇ Google Pay ਦੁਆਰਾ ਸੈਂਡ ਕਰ ਸਕਦੇ ਹੋ।